ਧੰਨ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਤੂੰ ਚਉ ਸਜਣ ਮਹਿੰਡਿਆ, ਦੇ ਸਿਸ ਉਤਾਰ। ਨੈਣ ਮਹਿੰਜੇ ਤਰਸ ਦੇ, ਕਦ ਪਸੀ ਦੀਦਾਰ। हम अब गुण भरे एक गुण नाही, अमृत छाड़ बिखै बिख खाही। माया मोह भरम पै भूले, सुत दारा स्यो प्रीत लगाई। एक उत्तम पंथ सुनियो गुर संगत, तेहे मिलंत जम त्रास मिटाई। एक अरदास पाठ कीरत की, गुरु रामदास राखो सरनाई। तरन गगन नवखंड मह, जोत सब रूपी रह्यो पर। पन मथुरा कछ भेद नहीं, गुरु अर्जुन पर तख हर। परम सत्कारयोग, परम सन्मानयोग चबर छतर तख्त दे मालिक, दो जहाना दे मालिक धन धन गुरु ग्रंथ साहिब जी महाराज, अमृत वेले गुरुद्वारा धन धन गुरु हर राय साहिब जी संत विहार विखे चल रही लड़ीवार कथा जपजी साहिब, जिस दी विचार सुनन दे लई धन धन गुरु ग्रंथ साहिब जी महाराज नूं नतमस्तक हो रहे सतसंगी जनों, आओ सब तो पहला धन धन गुरु गोबिंद सिंह जी महाराज तिन्हां वल्लों बख्शिश फतेह दे नाल रल मिल के सांझ पाइए जी। वाहेगुरु जी का खालसा, वाहेगुरु जी की फतेह। सत्संगत जी, जितनी को विचार जितनियां को पौड़ियां पिछे हुईयां हन, 6 पौड़ियां आपां कर चुके हाँ। जिन्नी को मत गुरु ग्रंथ साहिब जी महाराज ने बख्शी है,
क्योंकि इन्हां दे जिहड़े असल अर्थ हन, जिहड़े सानू परमात्मा तक पहुंचा दिंदे हन, ਉਹ ਤਾਂ ਇਹਨਾਂ ਦੇ ਅਰਥ ਸਿਰਫ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਹੀ ਕਰ ਸਕਦੇ ਹਨ। ਉਹਨਾਂ ਨੂੰ ਹੀ ਪਤਾ ਹੈ ਕਿ ਇਹਨਾਂ ਦੇ ਜਿਹੜੇ ਅਸਲ ਅਰਥ ਹਨ, ਜਿਹਦੇ ਨਾਲ ਪਰਮਾਤਮਾ ਦਾ ਦਰਵਾਜ਼ਾ, ਸੱਚਖੰਡ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ, ਇਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਹੀ ਜਾਣੀ ਜਾਣ। ਅੱਜ ਦੀ ਜੋ ਪੌੜੀ 7ਵੀਂ ਪੌੜੀ ਹੈ, ਸਾਧ ਸੰਗਤ ਜੀ, ਮੈਨੂੰ ਆਪਣੇ ਆਪ ਨੂੰ ਮਹਿਸੂਸ ਹੋ ਰਿਹਾ ਕਿ ਜਿਤਨੀ ਹੁਣ ਤੱਕ ਵਿਚਾਰ ਹੋਈ ਹੈ ਨਾ, ਇਹ ਪੌੜੀ ਸਭ ਤੋਂ ਵਿਖਮ ਪੌੜੀ ਹੈ। ਕਿਉਂਕਿ ਇਸ ਪੌੜੀ ਦੇ ਵਿੱਚ ਹਿੰਦੂ ਧਰਮ ਦੀਆਂ ਜਿਹੜੀਆਂ ਗਾਥਾਵਾਂ ਹਨ, ਪੌਰਾਣਿਕ ਗਾਥਾਵਾਂ ਦਾ ਇਹਦੇ ਵਿੱਚ ਜ਼ਿਕਰ ਹੋ ਰਿਹਾ ਹੈ। ਮਹਾਰਾਜ ਇਸ ਪੌੜੀ ਦੀ ਜੋ ਵਿਚਾਰ ਉਹਨਾਂ ਦੇ ਅੱਗੇ ਅਰਦਾਸ ਕਰੀਏ ਕਿ ਆਪ ਹੀ ਆਪਣੀ ਕਲਾ ਵਰਤਾ ਕੇ ਇਸ ਪੌੜੀ ਦੀ ਵਿਚਾਰ ਕਰਵਾ ਲਵੋ। ਮੈਂ ਜ਼ਿਆਦਾ ਇਸ ਪੌੜੀ ਦੇ ਡਿਟੇਲ ਵਿੱਚ ਨਹੀਂ ਜਾਵਾਂਗਾ, ਉਪਰਾ ਹੀ ਆਪਾਂ ਵਿਚਾਰ ਕਰਾਂਗੇ। ਮਹਾਰਾਜ ਇਸ ਪੌੜੀ ਦੇ ਵਿੱਚ ਫਰਮਾਉਂਦੇ ਹਨ, ਇਸ ਪੌੜੀ ਦੀ ਸ਼ੁਰੂਆਤ ਹੋ ਰਹੀ ਹੈ ਸਮੇਂ ਤੋਂ। ਪਹਿਲਾਂ ਆਪਾਂ ਇਸ ਪੌੜੀ ਦਾ ਮੂਲ ਪਾਠ ਬੜੇ ਧਿਆਨ ਦੇ ਨਾਲ ਤੁਸੀਂ ਸਾਰਿਆਂ ਨੇ ਸੁਣਨਾ ਹੈ। ਜੇ ਜੁਗ ਚਾਰੇ ਆਰਜਾ, ਹੋਰ ਦਸੂਨੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ। ਦੇਖੋ, ਕੈ ਸ਼ਬਦ ਹੈ, ਕੇ ਨਹੀਂ ਬੋਲਣਾ। ਕੱਕੇ ਨੂੰ ਦੋ ਲਾਵਾਂ ਲੱਗੀਆਂ ਹੋਈਆਂ, ਕੈ ਉਹਦੀ ਆਵਾਜ਼ ਆਏਗੀ। ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ, ਜੇ ਤਿਸ ਨਦਰ ਨ ਆਵਈ, ਆਵਈ ਵਾਵੇ ਤੋਂ ਬਾਅਦ ਈੜੀ ਲੱਗੀ ਹੈ, ਈੜੀ ਨੂੰ ਬਿਹਾਰੀ ਲੱਗੀ ਹੈ, ਔਰ ਈੜੀ ਦੀ ਬਿਹਾਰੀ ਈ ਕਰਕੇ ਬੋਲਣਾ, ਜ਼ੋਰ ਨਾਲ ਬੋਲਣਾ, ਆਵਈ। ਜੇ ਤਿਸ ਨਦਰ ਨ ਆਵਈ, ਤਾ ਵਾਤ ਨ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ, ਦੋਸੀ ਦੋਸ ਧਰੇ। ਅਗਲੀ ਪੰਕਤੀ ਬੜੇ ਧਿਆਨ ਦੇ ਨਾਲ ਉਚਾਰਨ ਕਰਨੀ। ਜੇ ਥੋੜੀ ਜਿਹੀ ਵੀ ਗਲਤੀ ਹੋ ਗਈ ਤੇ ਫਿਰ ਇਦਾਂ ਲੱਗੇਗਾ ਜਿਸ ਤਰ੍ਹਾਂ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਗਾਲ ਕੱਢ ਰਹੇ ਹਾਂ। ਬੜੇ ਧਿਆਨ ਦੇ ਨਾਲ। ਸ਼ਬਦ ਹੈ ਨਾਨਕ ਤੇ ਅੱਗੇ ਸ਼ਬਦ ਹੈ ਨਿਰਗੁਣ। ਨਾਨਕ ਤੇ ਨਿਰਗੁਣ ਦੇ ਵਿੱਚ ਵਿਸ਼ਰਾਮ ਦੇਣਾ, ਇਕੱਠਾ ਨਹੀਂ ਬੋਲਣਾ। ਜੇ ਤੁਸੀਂ ਨਾਨਕ ਤੇ ਨਿਰਗੁਣ ਇਕੱਠਾ ਬੋਲ ਦਿੰਦੇ ਹੋ ਫਿਰ ਇਦਾਂ ਲੱਗੇਗਾ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਕਹਿ ਰਹੇ ਹੋ ਵੀ ਤੇਰੇ ਕੋਲ ਤੇ ਕੋਈ ਗੁਣ ਹੈ ਹੀ ਨਹੀਂ ਹੈ। ਮੇਰੀ ਗੱਲ ਸਮਝ ਗਏ ਨਾ? ਵੈਸੇ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿੱਚ ਆਪਣੇ ਆਪ ਨੂੰ ਨਿਮਰਤਾ ਚ ਲਿਆ ਕੇ ਬੇਸ਼ੱਕ ਨਾਨਕ ਨੀਚ ਕਹੇ ਵਿਚਾਰ ਕਹਿ ਰਹੇ ਆ, ਪਰ ਅਸੀਂ ਨਹੀਂ ਗੁਰੂ ਨਾਨਕ ਦੇਵ ਜੀ ਨੂੰ ਕੁਛ ਵੀ ਕਹਿਣਾ। ਜਿੱਥੇ ਨਾਨਕ ਨੀਚ ਕਹੇ ਵਿਚਾਰ ਨਾ, ਉੱਥੇ ਨਾਨਕ ਦੇ ਕੱਕੇ ਥੱਲੇ ਜ਼ਰੂਰ ਔਂਕੜ ਹੋਵੇਗਾ। ਇੱਥੇ ਔਂਕੜ ਨਹੀਂ ਆ। ਇਸ ਪੰਕਤੀ ਦਾ ਖਿਆਲ ਇਸ ਪੌੜੀ ਦੇ ਵਿੱਚ ਜ਼ਰੂਰ ਕਰਨਾ। ਨਾਨਕ ਨਿਰਗੁਣ ਗੁਣ ਕਰੇ। ਠੀਕ ਹੈ, ਸਮਝ ਗਏ ਨਾ? ਨਾਨਕ ਨੂੰ ਵੱਖਰਾ ਕਰਨਾ ਤੇ ਨਿਰਗੁਣ ਦਾ ਉਚਾਰਨ ਵੱਖਰਾ ਕਰਨਾ। ਜੇ ਤੁਸੀਂ ਸਿੰਪਲ ਕਰ ਦੋਗੇ ਨਾਨਕ ਨਿਰਗੁਣ ਤੇ ਫਿਰ ਤੇ ਗੱਲ ਉਹੀ ਹੋਗੀ ਨਾ। ਫਿਰ ਨਾਨਕ ਨਿਰਗੁਣ ਗੁਣ ਕਰੇ,
ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨ ਸੁਝਈ। ਜੇ ਤਿਸ ਗੁਣ ਕੋਈ ਕਰੇ। ਬਸ ਆਹ ਗੱਲ ਦਾ ਖਿਆਲ ਕਰਨਾ। ਮੈਂ ਫਿਰ ਇਸ ਪੌੜੀ ਦਾ ਉਚਾਰਨ ਕਰਾਂਗਾ, ਮਾਫ ਕਰਨਾ, ਇਸ ਪੰਕਤੀ ਦਾ, ਆਖਰੀ ਪੰਕਤੀ ਦਾ ਤੁਸੀਂ ਬੜੇ ਧਿਆਨ ਨਾਲ ਪਿੱਛੇ ਬੋਲਣਾ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨ ਸੁਝਈ। ਜੇ ਤਿਸ ਗੁਣ ਕੋਈ ਕਰੇ। ਸੋ ਇਹਦੇ ਵਿੱਚ ਮਹਾਰਾਜ ਯੁੱਗਾਂ ਦੀ ਗੱਲ ਕਰਦੇ ਆ। ਯੁੱਗ ਕੀ ਹਨ? ਯੁੱਗ ਸਮੇਂ ਨੂੰ ਕਿਹਾ ਗਿਆ, ਸਮੇਂ ਦੀ ਵੰਡ ਕੀਤੀ ਗਈ ਹੈ। ਹਿੰਦੂ ਮਨੌਤ ਦੇ ਮੁਤਾਬਕ, ਹਿੰਦੂ ਗ੍ਰੰਥਾਂ ਦੇ ਮੁਤਾਬਕ ਉਹਨਾਂ ਨੇ ਹੁਣ ਤੱਕ ਦਾ ਜੋ ਸਮਾਂ ਹੈ ਉਹਨੂੰ 4 ਹਿੱਸਿਆਂ ਦੇ ਵਿੱਚ ਵੰਡਿਆ। ਪਹਿਲਾ ਹੈ ਸਤਯੁਗ, ਦੂਸਰਾ ਹੈ ਤ੍ਰੇਤਾ ਯੁੱਗ, ਤੀਸਰਾ ਹੈ ਦੁਆਪਰ ਯੁੱਗ ਤੇ ਚੌਥਾ ਹੈ ਕਲਯੁੱਗ। ਕਲਯੁੱਗ 4 ਹਿੱਸਿਆਂ 'ਚ ਉਹਨਾਂ ਨੇ ਵੰਡਿਆ। ਹੁਣ ਉਹਨਾਂ ਦੇ ਮੁਤਾਬਕ ਕੱਲੇ ਕੱਲੇ ਯੁੱਗ ਦੇ ਵਿੱਚ ਇਕੱਲਾ ਇਕੱਲਾ ਅਵਤਾਰ ਹੋਇਆ। ਅਵਤਾਰ ਆਪਾਂ ਕਹਿ ਲਈਏ, ਜਿਸ ਤਰ੍ਹਾਂ ਅਸੀਂ ਗੁਰੂ ਸਾਹਿਬਾਨ ਕਹਿ ਦਿੰਦੇ ਆ, ਉਹ ਆਪਣੀ ਭਾਸ਼ਾ ਦੇ ਵਿੱਚ ਅਵਤਾਰ ਕਹਿੰਦੇ ਆ। ਅਵਤਾਰ ਦਾ ਵੈਸੇ ਅੱਖਰੀ ਅਰਥ ਹੀ ਹੁੰਦਾ ਕਿ ਜਿਹੜਾ ਉਤਰਿਆ ਹੋਵੇ, ਜਿਹੜਾ ਆਇਆ ਹੋਵੇ, ਅਵਤਰਨ ਹੋਇਆ ਜਿਹਦਾ, ਉਹਨੂੰ ਕਹਿੰਦੇ ਆ ਅਵਤਾਰ। ਉਹ ਸਤਯੁਗ ਦੇ ਵਿੱਚ ਮੰਨਦੇ ਆ ਕਿ ਜਿਹੜੇ ਅਵਤਾਰ ਹੋਏ ਸੀਗੇ, ਮੱਛ, ਕੱਛ, ਵਰਾਹ ਤੇ ਬਾਵਨ, ਇਹ ਉਹਨਾਂ ਦੇ ਅਵਤਾਰ ਹੈ ਜੋ ਸਤਯੁਗ ਦੇ ਹਨ। ਤ੍ਰੇਤੇ ਯੁੱਗ ਦਾ ਜਿਹੜਾ ਅਵਤਾਰ ਹੈ ਉਹ ਮੰਨਦੇ ਹਨ ਸ਼੍ਰੀ ਰਾਮ ਚੰਦਰ ਜੀ ਨੂੰ। ਦੁਆਪਰ ਯੁੱਗ ਦਾ ਜਿਹੜਾ ਅਵਤਾਰ ਹੈ ਉਹਨੂੰ ਮੰਨਦੇ ਹੈ ਸ਼੍ਰੀ ਕ੍ਰਿਸ਼ਨ ਜੀ ਨੂੰ। ਤੇ ਕਲਯੁੱਗ ਦਾ ਜਿਹੜਾ ਅਵਤਾਰ ਹੈ ਉਹ ਮੰਨਦੇ ਹੈ ਨਿਹ ਕਲੰਕ ਨੂੰ, ਜਾਂ ਕਲੰਕ ਨੂੰ ਕਹਿ ਲਈਏ। ਤੇ ਅਸੀਂ ਕਲਯੁੱਗ ਦਾ ਜਿਹੜਾ ਅਵਤਾਰ ਹੁਣ ਦਾ ਸਮਾਂ ਜਿਹੜਾ ਚੱਲ ਰਿਹਾ ਉਹਦੇ ਚ ਅਸੀਂ ਮੰਨਦੇ ਹਾਂ ਧੰਨ ਧੰਨ ਗੁਰੂ ਨਾਨਕ ਦੇਵ ਜੀ। ਠੀਕ ਹੈ ਜੀ, ਇਹ ਸਾਡੀ ਮਨੌਤ ਹੈ। ਹੁਣ ਦਾ ਜਿਹੜਾ ਸਮਾਂ ਚੱਲ ਰਿਹਾ ਉਹਦੇ ਚ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਅੱਗੇ ਚੱਲੀਏ ਆਪਾਂ। ਸਤਯੁਗ ਦੀ ਜਿਹੜੀ ਹੁਣ ਸ਼੍ਰੀ ਰਾਮ ਚੰਦਰ ਜੀ ਤਾਂ ਹੋਏ ਆ ਤਕਰੀਬਨ 5000 ਸਾਲ ਪਹਿਲਾਂ, ਤੇ ਜਿਹੜੇ ਆਪਣੇ ਸ਼੍ਰੀ ਕ੍ਰਿਸ਼ਨ ਜੀ ਹੋਏ ਆ ਉਹ ਤਕਰੀਬਨ ਉਹਨਾਂ ਤੋਂ 2000 ਸਾਲ ਬਾਅਦ। ਸੋ ਆਪਾਂ ਇਦਾਂ ਕਹਿ ਲਈਏ ਵੀ 3000 ਸਾਲ ਪਹਿਲਾਂ ਹੋਏ ਆ। ਜੇ ਆਪਾਂ ਇਸ ਹਿਸਾਬ ਨਾਲ ਗੱਲ ਕਰੀਏ ਤੇ ਫਿਰ ਇਹ ਜਿਹੜੇ ਸਾਰੇ ਅਵਤਾਰ ਹੈ ਇਹ ਤਕਰੀਬਨ 5000 ਸਾਲ ਦੇ ਵਿੱਚ ਵਿੱਚ ਹੋਏ ਆ, ਕਿਉਂਕਿ ਗੁਰੂ ਨਾਨਕ ਦੇਵ ਜੀ ਨੂੰ 550 ਸਾਲ ਹੋ ਗਿਆ ਜੇ ਉਸ ਹਿਸਾਬ ਨਾਲ ਗੱਲ ਕਰੀਏ। ਲੇਕਿਨ ਜੋ ਉਹਨਾਂ ਦੇ ਪੁਰਾਣਿਕ ਗ੍ਰੰਥ ਹੈ, ਪੁਰਾਣਿਕ ਗ੍ਰੰਥਾਂ ਦੇ ਵਿੱਚ ਉਹਨਾਂ ਨੇ ਇਹਨਾਂ ਦੀ ਜਿਹੜੀ ਉਮਰ ਹੈ, ਇਹਨਾਂ ਦਾ ਜਿਹੜਾ ਸਮਾਂ ਹੈ ਉਹ ਉਹਨਾਂ ਨੇ ਦੱਸਿਆ। ਮੈਂ ਸਮਾਂ ਆਪ ਜੀ ਲਈ ਲਿਖ ਕੇ ਲੈ ਕੇ ਆਇਆ, ਕਿਉਂਕਿ ਉਹਨਾਂ ਨੇ ਕਿਹਾ ਜਿਹੜਾ ਸਤਯੁਗ ਹੈ ਇਹਦੀ ਉਮਰ ਹੈ 17 ਲੱਖ ਤੇ 28,000 ਸਾਲ। ਉਹਨਾਂ ਦੇ ਗ੍ਰੰਥ ਵਿੱਚ ਇਹ ਲਿਖਿਆ ਹੋਇਆ ਸਤਯੁਗ ਦੀ ਉਮਰ ਕਿੰਨੀ ਹੈ? 17 ਲੱਖ 28,000 ਸਾਲ। ਤ੍ਰੇਤੇ ਦੀ ਜਿਹੜੀ ਉਮਰ ਹੈ ਉਹ ਹੈ 12 ਲੱਖ ਤੇ 96,000 ਸਾਲ। ਜਿਹੜਾ ਦੁਆਪਰ ਯੁੱਗ ਹੈ ਉਹਦੀ ਉਮਰ ਹੈ 8 ਲੱਖ ਤੇ 64,000 ਸਾਲ। ਉਸ ਤੋਂ ਬਾਅਦ ਜਿਹੜਾ ਕਲਯੁਗ ਹੈ ਉਹਦੀ ਉਮਰ ਉਹ ਮੰਨਦੇ ਆ 4 ਲੱਖ ਤੇ 32,000 ਸਾਲ। ਹੁਣ ਇਹ ਤਾਂ ਸੀਗੀ
ਯੁੱਗਾਂ ਦੀ ਉਮਰ ਜੋ ਉਹਨਾਂ ਦੇ ਗ੍ਰੰਥਾਂ ਦੇ ਵਿੱਚ ਦਰਜ ਹੈ। ਹੁਣ ਇਹਨਾਂ ਚਾਰਾਂ ਯੁੱਗਾਂ ਨੂੰ ਜਦੋਂ ਅਸੀਂ ਜੋੜਦੇ ਆ ਨਾ ਤੇ ਇਹਨਾਂ ਦੀ ਉਮਰ ਬਣਦੀ ਹੈ, ਸਮਾਂ ਬਣਦਾ 43 ਲੱਖ ਤੇ 20,000 ਸਾਲ। ਇਹ ਕਿਉਂਕਿ ਇਹ ਜੋੜ ਕਰਨਾ ਜ਼ਰੂਰੀ ਤਾਂ ਸੀਗਾ ਕਿਉਂਕਿ ਮਹਾਰਾਜ ਕਹਿੰਦੇ ਜੇ ਯੁੱਗ ਚਾਰੇ ਆਰਜਾ, ਚਾਰ ਯੁੱਗਾਂ ਦੇ ਬਰਾਬਰ ਜੇ ਮੇਰੀ ਉਮਰ ਹੋ ਜਾਵੇ, 43 ਲੱਖ ਤੇ 20,000 ਸਾਲ ਮੇਰੀ ਉਮਰ ਹੋ ਜਾਵੇ। ਇਹ ਚ ਮਹਾਰਾਜ ਇਹ ਗੱਲ ਕਹਿ ਰਹੇ ਹੈ, ਮੈਂ ਤਾਂ ਇਹਦਾ ਜੋੜ ਕਰਨਾ ਜ਼ਰੂਰੀ ਸੀਗਾ। 19 ਲੱਖ 17 ਲੱਖ 9 ਲੱਖ ਜੋ ਵੀ ਹੈਗਾ ਉਹਨਾਂ ਦਾ ਜੋੜ ਕਰਨਾ ਤਾਂ ਸੀ। 43 ਲੱਖ ਤੇ 20,000 ਸਾਲ, ਠੀਕ ਹੈ ਜੀ। ਹੁਣ ਮਹਾਰਾਜ ਇੱਥੇ ਕਹਿੰਦੇ ਆ ਜੇ ਯੁੱਗ ਚਾਰੇ ਆਰਜਾ ਹੋਰ ਦਸੂਨੀ ਹੋਏ। ਹੁਣ ਇਸ 43 ਲੱਖ ਤੇ 20,000 ਨੂੰ 10 ਨਾਲ ਗੁਣਾ ਕਰ ਦੋ, ਇੰਨੀ ਉਮਰ ਹੋ ਜਾਵੇ। ਬਹੁਤ ਜ਼ਿਆਦਾ ਉਮਰ ਦੀ ਗੱਲ ਹੋਈ ਨਾ। ਅੱਛਾ, ਹੁਣ ਅੱਗੇ ਚੱਲੀਏ ਆਪਾਂ। ਹੁਣ ਆਪਾਂ ਵੈਸੇ ਜਿਹੜਾ ਇਹ ਜਿਹੜੇ ਚਾਰੇ ਯੁੱਗ ਨਾ ਇਹਨਾਂ ਦੀ ਵਿਚਾਰ ਦਾ ਕਿਤੇ ਵਿਸ਼ਾ ਹੋਣਾ ਚਾਹੀਦਾ ਵੱਖਰਾ, ਕਿਉਂਕਿ ਬਹੁਤ ਇਹ ਡਿਟੇਲ ਮੰਗਦੇ ਆ ਵੀ ਸਤਯੁੱਗ ਕੀ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਦੀ ਜਿਹੜੀ ਸ਼ਬਦਾਵਲੀ ਵਰਤੀ ਗਈ ਨਾ ਸਤਯੁੱਗ ਜਾਂ ਤ੍ਰੇਤਾ ਯੁੱਗ ਦੁਆਪਰ, ਉਹਨੂੰ ਮਹਾਰਾਜ ਨੇ ਰੱਦ ਨਹੀਂ ਕੀਤਾ। ਮਹਾਰਾਜ ਕਹਿੰਦੇ ਆ ਵੀ ਤੁਸੀਂ ਇੰਨੇ ਸਾਲਾਂ ਦੀ ਗੱਲ ਕਰ ਰਹੇ ਹੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਤਯੁੱਗ ਕੀ ਆ। ਇੱਥੇ ਫਿਰ ਗੁਰੂ ਨਾਨਕ ਦੇਵ ਜੀ ਆਪਣੀ ਫਿਲਾਸਫੀ ਦਿੰਦੇ ਆ, ਆਪਣੀ ਵਿਚਾਰਧਾਰਾ ਦਿੰਦੇ ਆ ਕਿ ਸਤਯੁੱਗ ਕੀ ਆ। ਅਸੀਂ ਇੱਕ ਆਸਾ ਕੀ ਵਾਰ ਦੇ ਵਿੱਚ ਪੌੜੀ ਪੜ੍ਹਦੇ ਆ, ਸਤਯੁੱਗ ਰਥ ਸੰਤੋਖ ਕਾ ਧਰਮ ਅੱਗੇ ਰਥਵਾਓ। ਗੁਰੂ ਨਾਨਕ ਦੇਵ ਜੀ ਸਤਯੁੱਗ ਕਿਹਨੂੰ ਮੰਨਦੇ ਆ? ਮਹਾਰਾਜ ਕਹਿੰਦੇ ਆ ਵੀ ਇਹ ਜਿਹੜਾ ਮੇਰਾ ਸਰੀਰ ਆ ਨਾ, ਇਹ ਕਹਿੰਦੇ ਰਥ ਹੈ ਜਿਹੜਾ ਮੈਨੂੰ ਇੱਕ ਥਾਂ ਤੋਂ ਦੂਜੇ ਥਾਂ ਤੇ ਲੈ ਕੇ ਜਾ ਰਿਹਾ, ਔਰ ਇਹ ਸਰੀਰ ਹੀ ਐਸਾ ਹੈ ਜਿਹੜਾ ਮੈਨੂੰ ਪਰਮਾਤਮਾ ਦੀ ਦਰਗਾਹ ਤੇ ਕਬੂਲ ਕਰਾਵੇਗਾ। ਤੁਸੀਂ ਕਹੋਗੇ ਇਹ ਕਿੱਦਾਂ, ਜਦ ਕਿ ਅਸੀਂ ਕਹਿੰਦੇ ਆ ਆਤਮਾ ਦੀ ਗੱਲ। ਦੇਖੋ ਸਾਧ ਸੰਗਤ ਜੀ, ਆਤਮਾ ਨੂੰ ਰੱਖਣ ਵਾਸਤੇ ਕੋਈ ਨਾ ਕੋਈ ਭਾਂਡਾ ਤੇ ਚਾਹੀਦਾ ਨਾ, ਪਾਣੀ ਨੂੰ ਰੱਖਣ ਵਾਸਤੇ ਕੋਈ ਨਾ ਕੋਈ ਭਾਂਡਾ ਚਾਹੀਦਾ। ਅਸੀਂ ਪੜ੍ਹਦੇ ਵੀ ਹਾਂ ਆਸਾ ਕੀ ਵਾਰ ਵਿੱਚ, ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ। ਜੇ ਤੁਸੀਂ ਪਾਣੀ ਨੂੰ ਟਿਕਾਉਣਾ ਤੇ ਉਹਦੇ ਵਾਸਤੇ ਘੜਾ ਚਾਹੀਦਾ, ਤੇ ਜਿਹੜਾ ਘੜਾ ਵਾ ਉਹ ਪਾਣੀ ਤੋਂ ਬਗੈਰ ਨਹੀਂ ਬਣਦਾ। ਜਦੋਂ ਘੜੇ ਦੀ ਮਿੱਟੀ ਗੁੰਨਦੇ ਆ ਤੇ ਉਹ ਚ ਆਪਾਂ ਪਾਣੀ ਪਾਉਂਦੇ ਆ। ਕੁੰਭੇ ਬੱਧਾ ਜਲ ਰਹੇ ਤੇ ਜਲ ਬਿਨ ਕੁੰਭ ਨਾ ਹੋਏ, ਜਲ ਤੋਂ ਬਗੈਰ ਮਹਾਰਾਜ ਕਹਿੰਦੇ। ਸੋ ਇਹਨਾਂ ਦਾ ਆਪਸੀ ਮੇਲ ਹੈ। ਇਸੇ ਤਰ੍ਹਾਂ ਇਸ ਆਤਮਾ ਨੂੰ, ਇਸ ਮਨ ਨੂੰ ਟਿਕਾਣ ਵਾਸਤੇ ਸਰੀਰ ਰੂਪੀ ਇੱਕ ਭਾਂਡਾ ਚਾਹੀਦਾ। ਮਹਾਰਾਜ ਨੇ ਇੱਥੇ ਭਾਂਡਾ ਨਹੀਂ ਵਰਤਿਆ ਸ਼ਬਦ, ਇੱਥੇ ਮਹਾਰਾਜ ਨੇ ਸ਼ਬਦ ਵਰਤਿਆ ਰਥ, ਕਿਉਂਕਿ ਪੁਰਾਤਨ ਸਮੇਂ ਦੇ ਵਿੱਚ ਜਿਹੜੀ ਰਥ ਦੀ ਸਵਾਰੀ ਸੀ ਸਭ ਤੋਂ ਮਹਿੰਗੀ ਸਵਾਰੀ ਸੀ। ਘੋੜੇ ਵਗੈਰਾ ਜਾਂ ਬੈਲ ਗੱਡੀਆਂ ਇਹ ਤੇ ਆਮ ਸੀਗੀਆਂ। ਰਾਜਿਆਂ ਦੀ, ਮਹਾਰਾਜਿਆਂ ਜਿਹੜੀ ਸਵਾਰੀ ਹੁੰਦੀ ਸੀ ਉਹ ਰਥ ਹੁੰਦੀ ਸੀ। ਸੋ ਫਿਰ ਮਹਾਰਾਜ ਨੇ ਇਸ ਸਰੀਰ ਨੂੰ ਬੜਾ ਅਮੁੱਲਾ ਕਿਹਾ ਨਾ ਮਹਾਰਾਜ ਨੇ, ਇਸ ਕਰਕੇ ਇਸ ਸਰੀਰ ਨੂੰ ਮਹਾਰਾਜ ਨੇ ਰਥ ਮੰਨਿਆ। ਹੁਣ ਇਸ ਰਥ ਦੇ ਉੱਪਰ ਸਵਾਰ ਕੌਣ ਹੈ? ਮਨ ਹੈ, ਕਿਉਂਕਿ ਬਾਣੀ ਵਿੱਚ ਮਨ ਨੂੰ ਰਾਜਾ ਵੀ ਕਿਹਾ ਗਿਆ। ਜਿੱਥੇ ਬਾਣੀ ਵਿੱਚ ਮਨ ਨੂੰ ਖੋਤਾ ਕਿਹਾ ਗਿਆ, ਕੁੱਤਾ ਕਿਹਾ ਗਿਆ, ਉੱਥੇ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਮਨ ਨੂੰ ਰਾਜਾ ਵੀ ਕਿਹਾ। ਇਹ ਮਨ ਰਾਜਾ ਮਹਾਰਾਜ ਨੇ ਬੜੇ, ਕਿਉਂਕਿ ਜੇ ਇਹ ਚੰਗੇ ਕੰਮ ਕਰੇ, ਦੇਖੋ ਜੀ ਸਾਡਾ ਘਰ ਦਾ ਬੱਚਾ ਚੰਗਾ ਕੰਮ ਕਰੇ ਤੇ ਮਾਂ ਕਹਿੰਦੀ ਹੈ ਬਾਦਸ਼ਾਹ, ਤੇ ਜੇ ਮਾੜੇ ਕੰਮ ਕਰੇ ਤੇ ਮਾਂ ਵੀ ਉਹਨੂੰ ਗਾਲਾਂ ਕੱਢਦੀ ਹੈ। ਕਲੀਅਰ ਜੀ ਗੱਲ ਹੈ, ਮਾਂ ਉਹਨੂੰ ਦੁਰਕਾਰਦੀ ਆ। ਤੇ ਇਸੇ ਤਰ੍ਹਾਂ ਜਦੋਂ ਇਹ ਮਨ ਪਰਮਾਤਮਾ ਦੇ ਨਾਲ ਜੁੜਦਾ ਤੇ ਮਹਾਰਾਜ ਇਹਨੂੰ ਕਹਿੰਦੇ ਵੀ ਤੇਰੇ ਵਰਗਾ ਤੇ ਕੋਈ ਹੈ ਹੀ ਨਹੀਂ ਇਸ ਦੁਨੀਆ ਤੇ, ਮਨਸਾ ਮਿਲਿਆ ਨਾ ਕੋਈ। ਮਹਾਰਾਜ ਕਹਿੰਦੇ ਮਨਸਾ ਮਿਲਿਆ ਨਾ ਕੋਈ, ਮਨ ਵਰਗਾ ਸਾਥੀ ਇਸ ਦੁਨੀਆ ਤੇ ਕੋਈ ਨਹੀਂ ਹੈਗਾ। ਅੱਗੇ ਚਲੀਏ ਆਪਾਂ। ਮਹਾਰਾਜ ਕਹਿੰਦੇ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਸਤਯੁਗ ਰਥ ਸੰਤੋਖ ਕਾ। ਸਤਯੁਗ ਦੇ ਵਿੱਚ ਕੀ ਸੀਗਾ? ਸੰਤੋਖ ਸੀਗਾ। ਤੇ ਇਸ ਰਥ ਨੂੰ ਚਲਾਉਣ ਵਾਲਾ ਕੌਣ ਸੀਗਾ? ਹੁਣ ਇਸ ਰਥ ਨੂੰ ਚਲਾਉਣ ਵਾਲਾ ਕੋਈ ਡਰਾਈਵਰ ਚਾਹੀਦਾ ਨਾ। ਸਤਯੁਗ ਰਥ ਸੰਤੋਖ ਕਾ ਧਰਮ ਅੱਗੇ ਰਥਵਾਓ।
ਰਥਵਾਓ ਦਾ ਮਤਲਬ ਹੈ ਰਥ ਨੂੰ ਚਲਾਉਣ ਵਾਲਾ, ਜਿਹੜਾ ਉਹਦਾ ਡਰਾਈਵਰ ਹੈ। ਮਹਾਰਾਜ ਕਹਿੰਦੇ ਗੁਰੂ ਨਾਨਕ ਦੇਵ ਜੀ ਸਤਜੁਗ ਰਥ ਸੰਤੋਖ ਕਾ ਧਰਮ ਅੱਗੇ ਰਥਵਾਓ। ਇਸ ਸਤਜੁਗ ਦੇ ਵਿੱਚ ਹਰ ਇਨਸਾਨ ਨੂੰ ਸੰਤੋਖ ਸੀਗਾ, ਉਹਦੇ ਅੰਦਰ ਕਿਸੇ ਕਿਸਮ ਦਾ ਕੋਈ ਲਾਲਚ ਨਹੀਂ ਸੀਗਾ, ਔਰ ਉਹ ਜਿਹੜਾ ਇਨਸਾਨ ਸੀਗਾ ਉਹ ਸੀਗਾ ਧਰਮੀ ਸੀਗਾ। ਠੀਕ ਹੈ ਜੀ। ਹੁਣ ਸਤਜੁਗ ਦੀ ਅਵਸਥਾ ਕਿਹੜੇ ਵੇਲੇ ਬਣਦੀ ਹੈ? ਅਸੀਂ ਸੋਚੀਏ ਸਤਜੁਗ ਦੀ ਅਵਸਥਾ ਕਿਹੜੇ ਵੇਲੇ ਬਣਦੀ ਹੈ? ਜਦੋਂ ਸਾਡੀਆਂ ਮਨ ਦੀਆਂ ਮਨੋਕਾਮਨਾਵਾਂ ਸਾਰੀਆਂ ਖਤਮ ਹੋ ਗਈਆਂ, ਅਸੀਂ ਸੰਤੋਖੇ ਗਏ ਔਰ ਅਸੀਂ ਧਰਮੀ ਬਣ ਗਏ। ਉਹ ਅਵਸਥਾ ਕਿਹੜੀ ਹੈ ਸਾਡੀ? ਉਹ ਸਾਡੀ ਅਵਸਥਾ ਹੈ, ਉਹ ਸਾਡੀ ਅਵਸਥਾ ਕੀ ਹੈ? ਜਦੋਂ ਬੱਚਾ ਮਾਂ ਦੇ ਗਰਭ ਦੇ ਵਿੱਚ ਸੀਗਾ, ਕਿਤੇ ਉਹਨੇ ਸੁਣਿਆ ਕਿ 9 ਮਹੀਨੇ ਦੇ ਵਿੱਚ ਆਪ ਰੋਟੀ ਦਾ ਪਾਣੀ ਮੰਗਿਆ ਹੋਵੇ, ਸੰਤੋਖ ਹੈ ਜੀ। ਦੂਸਰੀ ਗੱਲ, ਧਰਮ ਕਿੱਦਾਂ? ਉਹ ਉਸ ਵੇਲੇ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ। ਇਹ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰ-ਬਾਰ ਕਹਿ ਰਹੇ ਹੈ ਕਿ ਉਸ ਸਮੇਂ ਉਹ ਪ੍ਰਮਾਤਮਾ ਨਾਲ ਜੁੜਿਆ। ਸਮਝ ਗਏ ਪਹਿਲੀ ਅਵਸਥਾ? ਗੁਰੂ ਨਾਨਕ ਦੇਵ ਜੀ ਸਤਜੁਗ ਦੀ ਕਿਹੜੀ ਗੱਲ ਕਰਦੇ ਆ? ਕਿਹੜੇ ਸਤਜੁਗ ਦੀ ਗੱਲ ਕਰਦੇ ਆ? ਦੂਸਰੀ ਗੱਲ, ਜੇ ਅਸੀਂ ਇਸ ਜਾਮੇ ਦੇ ਵਿੱਚ ਹੀ ਸਾਡੇ ਅੰਦਰ ਸੰਤੋਖ ਆ ਜਾਵੇ, ਅਸੀਂ ਧਰਮੀ ਬਣ ਜਾਈਏ ਤੇ ਅਸੀਂ ਸਤਜੁਗੀ ਆ। ਠੀਕ ਹੈ ਜੀ। ਮਨ ਕਰਕੇ ਵੀ ਸਾਡੀ ਅਵਸਥਾ ਤੇ ਤਨ ਕਰਕੇ ਸਾਡੀ ਅਵਸਥਾ ਜਿਹੜੀ ਆ ਉਹ ਸਤਜੁਗੀ ਹੈ। ਇੱਕ ਸਤਜੁਗ ਹੈ ਸਮੇਂ ਕਰਕੇ, ਜਿਹਨੂੰ ਹਿੰਦੂ ਧਰਮ ਦੇ ਵਿੱਚ ਉਹਨਾਂ ਨੇ ਸਮੇਂ ਦੀ ਗੱਲ ਕੀਤੀ। ਇੱਥੇ ਮੈਂ 2 ਅਵਸਥਾ ਦੀ ਗੱਲ ਕੀਤੀ, ਇੱਕ ਤਨ ਕਰਕੇ ਤੇ ਇੱਕ ਮਨ ਕਰਕੇ। ਤਨ ਕਰਕੇ ਉਸ ਸਮੇਂ ਸੀ ਜਦੋਂ ਮਾਂ ਦੇ ਗਰਭ ਦੇ ਵਿੱਚ ਸੀ, ਉਦੋਂ ਅਸੀਂ ਸਤਜੁਗੀ ਸੀ। ਮਨ ਕਰਕੇ ਉਦੋਂ ਹੋਵੇਗਾ ਜਦੋਂ ਇਸ ਸਰੀਰਕ ਰੂਪ ਭਾਂਡੇ ਦੇ ਵਿੱਚ ਰਹਿੰਦਿਆਂ ਹੋਇਆਂ ਉਹਦੇ ਅੰਦਰ ਸੰਤੋਖ ਆ ਜਾਵੇ ਤੇ ਉਹ ਅੰਦਰੋਂ ਧਰਮੀ ਬਣ ਜਾਵੇ ਤੇ ਅਸੀਂ ਕਵਾਂਗੇ ਇਹ ਯਾਰ ਬੰਦਾ ਬੜਾ ਸਤਜੁਗੀ ਆ, ਇਹ ਬੰਦਾ ਸਤਜੁਗੀ ਆ। ਉਦੋਂ ਅਸੀਂ ਉਹਨੂੰ ਕਵਾਂਗੇ। ਅੱਗੇ ਚਲੀਏ। ਸਤਜੁਗ ਰਥ ਸੰਤੋਖ ਕਾ ਧਰਮ ਅੱਗੇ ਰਥਵਾਓ, ਤ੍ਰੇਤੇ ਰਥ ਜਤੇ ਕਾ ਜੋਰ ਅੱਗੇ ਰਥਵਾਓ। ਹੁਣ ਤ੍ਰੇਤੇ ਦੇ ਵਿੱਚ ਕੀ ਕਰਨਾ ਸੀਗਾ? ਤ੍ਰੇਤੇ ਦੇ ਵਿੱਚ ਆਪਣੀਆਂ ਇੰਦਰੀਆਂ ਤੇ ਕਾਬੂ ਪਾਉਣਾ ਸੀਗਾ ਤੇ ਜ਼ੋਰ ਅੱਗੇ ਰਥਵਾਓ, ਤੇ ਤਾਕਤ ਚਾਹੀਦੀ ਸੀਗੀ। ਤਾਕਤ, ਸ਼੍ਰੀ ਰਾਮਚੰਦਰ ਜੀ ਆਏ ਨਾ ਤ੍ਰੇਤੇ ਦੇ ਵਿੱਚ, ਜੰਗਾਂ ਹੋਈਆਂ ਉੱਥੇ, ਜ਼ੋਰ ਤਾਕਤ ਚਾਹੀਦੀ ਹੈ। ਸ਼੍ਰੀ ਰਾਮਚੰਦਰ ਜੀ ਨੂੰ ਵੀ ਤਾਕਤ ਚਾਹੀਦੀ ਹੈ ਤੇ ਉਧਰਲੇ ਪਾਸੇ ਜਿਹੜਾ ਆਪਣਾ ਰਾਵਣ ਹੈ ਉਹਨੂੰ ਵੀ ਤਾਕਤ ਚਾਹੀਦੀ ਹੈ। ਇਸੇ ਲਈ ਹਿੰਦੂ ਧਰਮ ਦੇ ਵਿੱਚ ਤੁਸੀਂ ਕਿਤੇ ਮੂਰਤੀਆਂ ਦੇਖਦੇ ਹੋ, ਇੱਕ ਇਨਸਾਨ ਦੇ 10-10 ਸਿਰ ਲੱਗੇ ਹੋਏ ਆ। ਰਾਵਣ ਦੀ ਗੱਲ ਕਰ ਲਿਆ, ਉਹ ਇਸੇ ਵਾਸਤੇ ਹੈ ਕਿ ਤਾਕਤ ਉਹਦੇ ਕੋਲ, ਉਹਦੇ ਦਿਮਾਗ ਦੀ ਤਾਕਤ ਉਹਦੇ ਕੋਲ 10 ਗੁਣਾ। ਹਿੰਦੂ ਧਰਮ ਦੇ ਵਿੱਚ ਅਸੀਂ ਮੂਰਤੀਆਂ ਦੇਖਦੇ ਹਾਂ ਦੇਵੀਆਂ ਦੀਆਂ, ਕਿਸੇ ਦੀਆਂ 4-4 ਬਾਹਾਂ, ਕਿਸੇ ਦੀਆਂ 8-8 ਬਾਹਾਂ। ਦੇਖਦੇ ਨਾ ਪੁਰਾਤਨ, ਤੁਸੀਂ ਦੇਖੋ ਕੈਲੰਡਰ, ਉਹ 4 ਬਾਹਾਂ ਦਾ ਮਤਲਬ ਹੀ ਇਹ ਕਿ 4 ਜਣੀਆਂ ਜਿੰਨੀ ਤਾਕਤ ਮੇਰੇ ਵਿੱਚ ਆ ਜਾਵੇ। 8 ਬਾਹਾਂ ਦਾ ਮਤਲਬ ਹੀ ਹੈ ਕਿ 8 ਜਣਿਆਂ ਜਿੰਨੀ ਤਾਕਤ ਮੇਰੇ ਇਕੱਲੇ ਵਿੱਚ ਹੋਵੇ। ਫਿਰ ਉਹੀ ਗੱਲ, ਤ੍ਰੇਤੇ ਰਥ ਜਤੇ ਕਾ ਜੋਰ ਅੱਗੇ ਰਥਵਾਓ। ਉਹਦੇ ਚ ਤਾਕਤ ਚਾਹੀਦੀ ਸੀਗੀ ਸ਼੍ਰੀ ਰਾਮਚੰਦਰ ਜੀ। ਠੀਕ ਹੈ ਜੀ। ਸ਼੍ਰੀ ਰਾਮਚੰਦਰ ਜੀ ਨੇ ਜੰਗਾਂ ਜੁੱਦਾਂ ਲੜੀਆਂ, ਉਹਨਾਂ ਨੂੰ ਤਾਕਤ ਚਾਹੀਦੀ ਸੀਗੀ। ਦੂਸਰੀ ਗੱਲ, ਇੰਦਰੀਆਂ ਤੇ ਕਾਬੂ। ਇੱਕ ਗੱਲ ਦਾ ਖਿਆਲ ਕਰਿਓ, ਜਿਹੜਾ ਇਨਸਾਨ ਆਪਣੀਆਂ ਇੰਦਰੀਆਂ ਤੇ ਕਾਬੂ ਪਾ ਲਵੇਗਾ, ਤਾਕਤ ਵੀ ਉਹਦੇ ਕੋਲ ਹੋਵੇਗੀ, ਉਹੀ ਸੂਰਮਾ ਹੋਵੇਗਾ। ਹੁਣ ਅੱਗੇ ਚਲੀਏ। ਹੁਣ ਅੱਗੇ ਦੂਸਰੀ ਅਵਸਥਾ ਜਿਹੜੀ ਆਪਾਂ ਗੱਲ ਕੀਤੀ ਸੀ, ਆਪਣੇ ਤਨ ਦੀ ਅਵਸਥਾ। ਹੁਣ ਉੱਥੇ ਜਿਹੜਾ ਤ੍ਰੇਤਾ ਉਹ ਕਿੱਥੇ ਆਇਆ? ਉੱਥੇ ਸਾਧ ਸੰਗਤ ਜੀ ਤ੍ਰੇਤਾ ਆਇਆ ਜਦੋਂ ਬੱਚਾ ਪੈਦਾ ਹੋਇਆ ਨਾ। ਹੁਣ ਬੱਚੇ ਦੀਆਂ ਬਾਹਾਂ ਦੇ ਵਿੱਚ ਤਾਕਤ ਚਾਹੀਦੀ ਹੈ। ਕਿੰਨੀ ਕੁ ਦੇਰ ਮਾਂ ਉਹਨੂੰ ਭੋਜਨ ਮੰਜੇ ਤੇ ਬੈਠੇ ਨੂੰ, ਆਪਣੀ ਗੋਦੀ ਵਿੱਚ ਪਏ ਨੂੰ ਖਿਲਾ ਦੇਗੀ, ਛਕਾ ਦੇਗੀ। 2 ਸਾਲ 3 ਸਾਲ 4 ਸਾਲ ਫਿਰ ਵੀ ਮਾਂ ਕਹਿੰਦੀ ਹੈ ਕਿ ਮੇਰੇ ਬੱਚੇ ਦੀਆਂ ਬਾਹਾਂ ਦੇ ਵਿੱਚ, ਲੱਤਾਂ ਦੇ ਵਿੱਚ ਤਾਕਤ ਆਵੇ। ਇੱਥੇ ਕਹਿਣ ਤੋਂ ਭਾਵ ਕਿ ਬਚਪਨ ਦਾ ਜਿਹੜਾ ਉਹਦਾ ਸਮਾਂ ਹੈ ਨਾ, ਉਹਦੇ ਵਿੱਚ ਉਹਦੇ ਅੰਦਰ ਤਾਕਤ ਚਾਹੀਦੀ ਹੈ। ਉਹਦੀਆਂ ਬਾਹਾਂ ਦੇ ਵਿੱਚ ਤਾਕਤ, ਉਹਦੀਆਂ ਲੱਤਾਂ ਦੇ ਵਿੱਚ ਤਾਕਤ। ਇਹ ਹੈ ਤ੍ਰੇਤਾ ਯੁੱਗ। ਅੱਗੇ ਦੁਆਪਰ। ਦੁਆਪਰ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਹੋਏ ਆ। ਦੁਆਪਰ ਰਥ ਸਤੇਕਾ, ਤਪ ਅੱਗੇ
ਰਥਵਾਓ। ਉੱਥੇ ਕਹਿੰਦੇ ਤੈਨੂੰ ਤਪ ਕਰਨਾ ਪੈਣਾ ਆਪਣੀਆਂ ਇੰਦਰੀਆਂ ਤੇ ਕਾਬੂ ਪਾਉਣ ਲਈ। ਬੜੇ ਧਿਆਨ ਨਾਲ ਸੁਣਿਓ, ਸ਼੍ਰੀ ਕ੍ਰਿਸ਼ਨ ਜੀ ਦਾ ਜਿਹੜਾ ਸਮਾਂ ਦੁਆਪਰ ਯੁੱਗ ਦੀ ਗੱਲ ਮਹਾਰਾਜ ਕਰਦੇ, ਮਹਾਰਾਜ ਕਹਿੰਦੇ ਤੈਨੂੰ ਤਪ ਕਰਨਾ ਪੈਣਾ ਤੇਰੀਆਂ ਇੰਦਰੀਆਂ ਤੇ ਕਾਬੂ। ਹੁਣ ਬਚਪਨ ਤੋਂ ਉਹ ਗਿਆ ਜਵਾਨੀ ਦੇ ਵਿੱਚ, ਜਵਾਨੀ ਦੇ ਵਿੱਚ ਉਸ ਬੱਚੇ ਨੂੰ ਆਪਣੀਆਂ ਇੰਦਰੀਆਂ ਤੇ ਕਾਬੂ ਕਰਨਾ ਪੈਣਾ। ਸਮਝ ਗਏ ਭਾਈ ਸਾਹਿਬ ਜੀ? ਇੰਦਰੀਆਂ ਤੇ ਕਾਬੂ ਕਰਨਾ ਪੈਣਾ ਤਾਂ ਜੋ ਸ਼ਾਮ ਨੂੰ ਉਲਾਮਾ ਨਾ ਆਵੇ ਉਹਦੇ ਘਰ ਕਿ ਇਸ ਬੱਚੇ ਨੇ ਆਹ ਗਲਤੀ ਕੀਤੀ ਹੈ। ਬਗਾਨੀ ਜਿਹੜੀ ਨਾਲ ਦੀ ਗੁਆਂਢੀਆਂ ਦੀ ਬੱਚੀ ਹੈ ਉਹਦਾ ਮਜ਼ਾਕ ਕੀਤਾ। ਇਹ ਹੈ ਪਹਿਲਾ ਸੀਗਾ ਸਤਯੁਗ ਸੀਗਾ ਜਦੋਂ ਮਾਂ ਦੇ ਗਰਭ ਵਿੱਚ ਸੀਗਾ। ਤ੍ਰੇਤਾ ਯੁੱਗ ਸੀਗਾ ਜਦੋਂ ਉਹ ਪੈਦਾ ਹੋਇਆ ਤੇ ਉਹਦਾ ਬਚਪਨਾ ਸ਼ੁਰੂ ਹੋਇਆ, ਉਹਦੇ ਸਰੀਰ ਵਿੱਚ ਤਾਕਤ ਚਾਹੀਦੀ ਹੈ। ਦੁਆਪਰ ਯੁੱਗ ਉਹ ਹੈ ਜਦੋਂ ਉਹ ਚੜ੍ਹਦੀ ਜਵਾਨੀ ਦੇ ਵਿੱਚ ਉਹਨੇ ਪੈਰ ਰੱਖਿਆ ਤੇ ਉਸ ਸਮੇਂ ਉਹਨੂੰ ਆਪਣੀਆਂ ਇੰਦਰੀਆਂ ਤੇ ਕਾਬੂ, ਜਿਹਨੂੰ ਕਹਿੰਦੇ ਆ ਸਤ ਦਾ ਅਖਰੀ ਅਰਥ ਹੈ ਉੱਚਾ ਆਚਰਣ, ਤੇ ਉੱਚਾ ਆਚਰਣ ਬਣਾਉਣ ਵਾਸਤੇ ਉਹਦੇ ਅੰਦਰ ਤਪ ਦਾ ਹੋਣਾ ਜ਼ਰੂਰੀ ਹੈ। ਉਹਦੇ ਅੰਦਰ ਬੰਦਗੀ ਭਗਤੀ ਆਪਣੇ ਆਪ ਨੂੰ ਉਹਨੇ ਸੰਕੋਚਣਾ, ਇਹ ਜ਼ਰੂਰੀ ਹੈ। ਹੁਣ ਚੌਥਾ ਮਹਾਰਾਜ ਕੀ ਕਹਿੰਦੇ ਆ? ਚੌਥਾ ਮਹਾਰਾਜ ਕਹਿੰਦੇ ਆ ਕਲਯੁਗ ਰਥ ਅਗਨਕਾ। ਕਲਯੁਗ ਦੇ ਵਿੱਚ ਰਥ ਅਗਨਕਾ, ਉਹਦੇ ਅੰਦਰ ਨਾ ਤ੍ਰਿਸ਼ਨਾ ਪੈਦਾ ਹੋ ਗਈ, ਲਾਲਚ ਪੈਦਾ ਹੋ ਗਿਆ। ਜੋ ਦੁਨੀਆ ਦੇ ਪਦਾਰਥ ਹੈ ਉਹ ਸਾਰੇ ਮੇਰੇ ਘਰ ਵਿੱਚ ਹੋਣੇ ਚਾਹੀਦੇ ਆ ਤਾਂ ਮੇਰੀ ਗੱਲ ਬਣਦੀ। ਇਹ ਮਹਾਰਾਜ ਕਲਯੁਗ ਰਥ ਅਗਨਕਾ, ਤੇ ਉਹਨੂੰ ਚਲਾ ਕੌਣ ਰਿਹਾ ਉਸ ਰਥ ਨੂੰ? ਮਹਾਰਾਜ ਕਹਿੰਦੇ ਕੂੜ ਅੱਗੇ ਰਥਵਾਓ, ਝੂਠ। ਤੇ ਦੇਖ ਲਓ ਤੁਸੀਂ ਇਸ ਜਿਹੜਾ ਸਮਾਂ ਚੱਲ ਰਿਹਾ, ਮਹਾਰਾਜ ਜੀ ਕੂੜ ਫਿਰੇ ਪ੍ਰਧਾਨ ਵੇ ਲਾਲੋ। ਮਹਾਰਾਜ ਕਹਿੰਦੇ ਮੈਂ ਤੇ ਨਹੀਂ ਕਹਿੰਦਾ ਕੁਛ ਵੀ, ਮਹਾਰਾਜ ਕਹਿੰਦੇ ਝੂਠ ਹੀ ਪ੍ਰਧਾਨ ਹੋਇਆ ਪਿਆ। ਕਹਿੰਦੇ ਇਹ ਹੈ ਜੀ ਸਤਯੁਗ, ਤ੍ਰੇਤਾ ਯੁੱਗ, ਦੁਆਪਰ ਯੁੱਗ ਤੇ ਕਲਯੁੱਗ। ਫਿਰ ਦੁਬਾਰਾ ਰਿਪੀਟ ਕਰਾਂ, ਸਮੇਂ ਦੀ ਵੰਡ, ਇਹਨਾਂ ਯੁੱਗਾਂ ਦੀ ਵੰਡ ਇੱਕ ਹੈ ਸਮੇਂ ਦਾ ਆਧਾਰ ਜੋ ਹਿੰਦੂ ਧਰਮ ਦੇ ਵਿੱਚ ਮਨੌਤ ਹੈ। ਠੀਕ ਹੈ ਜੀ, ਇੰਨੇ ਸਾਲ ਉਹਨਾਂ ਦੀ ਉਮਰ ਹੈ। ਦੂਸਰੀ ਸਮੇਂ ਦੀ ਵੰਡ ਹੈ ਮਨ ਕਰਕੇ, ਤੇ ਤੀਸਰੀ ਸਮੇਂ ਦੀ ਵੰਡ ਹੈ ਤਨ ਕਰਕੇ। ਆਪਾਂ ਮਨ ਕਰਕੇ ਵੀ ਗੱਲ ਕਰ ਲਈ ਹੈ ਤੇ ਤਨ ਕਰਕੇ ਵੀ ਗੱਲ ਕਰ ਲਈ ਹੈ। ਤਨ ਕਰਕੇ ਕਲਯੁਗ ਰਥ ਅਗਨਕਾ, ਜਦੋਂ ਵਿਆਹਿਆ ਗਿਆ ਤੇ ਉਸ ਸਮੇਂ ਅੰਦਰ ਲਾਲਚ ਪੈਦਾ ਹੋ ਗਿਆ ਵੀ ਮੈਂ ਆਪਣੇ ਬੱਚਿਆਂ ਨੂੰ ਹਰ ਕਿਸਮ ਦੀ ਸਹੂਲਤ ਦਿਆਂ, ਕਿਸੇ ਵੀ ਤਰੀਕੇ ਦੇ ਨਾਲ, ਕਿਸੇ ਵੀ ਤਰੀਕੇ ਦੇ ਨਾਲ। ਉਹ ਲਾਲਚ ਹੈ। ਮਹਾਰਾਜ ਕਹਿੰਦੇ ਕਲਯੁਗ ਰਥ ਅਗਨਕਾ, ਕੂੜ ਅੱਗੇ ਰਥਵਾਓ। ਇੱਥੇ ਮਹਾਰਾਜ ਗੱਲ ਕਰਦੇ ਆ ਸਮੇਂ ਦੀ ਵੰਡ ਦੀ ਗੱਲ ਕਰਦੇ ਆ। ਜੇ ਯੁਗ ਚਾਰੇ ਆਰਜਾ, ਮੇਰੀ ਉਮਰ ਕਹਿੰਦੇ ਇੰਨੀ ਹੋ ਜਾਵੇ। ਕਹਿੰਦੇ ਹੁਣ ਇੱਕ ਹੋਰ ਬੇਨਤੀ ਜੀ, ਮਹਾਰਾਜ ਕਹਿੰਦੇ ਉਹ ਤੇਰੀ ਉਮਰ ਨੂੰ ਕਹਿੰਦੇ ਕੀ ਕਰਨਾ ਜਿਸ ਉਮਰ ਦੇ ਵਿੱਚ ਤੂੰ ਕਹਿੰਦੇ ਬਾਣੀ ਨਹੀਂ ਪੜ੍ਹੀ। ਕਹਿੰਦੇ ਹਰ ਬਿਸਰਤ ਸਦਾ ਖੁਆਰੀ। ਠੀਕ ਹੈ, ਪਹਿਲਾ ਪ੍ਰਮਾਣ। ਦੂਸਰਾ ਮਹਾਰਾਜ ਕਹਿੰਦੇ ਬਿਨ ਸਿਮਰਨ ਜਿਉ ਜੀਵਨ ਬਲਣਾ, ਸਰਪ जैसे अरजारी, नव खंडन को राज कमावे, अंत चले गो हारी। बिन सिमरन, सिमरन तो बगैर तेरा जीवन इस तरह जिस तरह एक सप जून जुलाई ते हाड़ दे महीनिਆਂ ਦੇ ਵਿੱਚ ਆਪਣੀ ਉਮਰ ਬਿਤਾ ਰਿਹਾ, ਕਿਉਂਕਿ ਉਹਨਾਂ ਮਹੀਨਿਆਂ ਦੇ ਵਿੱਚ ਸੱਪ ਬੜਾ ਤੰਗ ਹੁੰਦਾ। ਇੱਕ ਤੇ ਬਾਹਰ ਦੀ ਤਪਸ਼, ਦੂਸਰਾ ਉਹਦੇ ਅੰਦਰ ਦੇ ਜ਼ਹਿਰ ਦੀ ਤਪਸ਼। ਔਰ ਇਸੇ ਲਈ ਇਹਨਾਂ ਮਹੀਨਿਆਂ ਦੇ ਵਿੱਚ ਜਿਹੜਾ ਸੱਪ ਨਾ ਉਹ ਚੰਦਨ ਦੇ ਦਰਖਤ ਦੇ ਦੁਆਲੇ ਲਪੇਟਿਆ ਹੁੰਦਾ, ਕਿਉਂਕਿ ਚੰਦਨ ਦੇ ਵਿੱਚ ਠੰਡਕ ਹੈ। ਉਹ ਠੰਡਕ ਲੈਣ ਵਾਸਤੇ ਤੁਸੀਂ ਜੰਗਲਾਂ ਜਾ ਕੇ ਦੇਖੋਗੇ ਸੱਪ ਜਿਹੜਾ ਤੁਹਾਨੂੰ ਚੰਦਨ ਦੇ ਮੁੱਢ ਵਿੱਚ ਬੈਠਾ ਜਾਂ ਉਹਦੇ ਆਲੇ ਦੁਆਲੇ ਬੈਠਾ ਮਿਲੇਗਾ ਤੁਹਾਨੂੰ। ਮਹਾਰਾਜ ਕਹਿੰਦੇ ਬਿਨ ਸਿਮਰਨ ਜਿਉ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਜੇ ਮੇਰੇ ਪੁੱਤਰਾ ਤੇਰੇ ਕੋਲ ਸਿਮਰਨ ਨਹੀਂ ਹੈ, ਤੂੰ ਉਹਦਾ ਨਾਮ ਨਹੀਂ ਜਪਦਾ। ਇਸੇ ਲਈ ਆਪਾਂ ਨਾ ਅੱਜ ਵੀ ਮੈਂ ਜਦੋਂ ਦਰਬਾਰ ਸਾਹਿਬ ਤੋਂ ਹੁਕਮਨਾਮਾ ਆਇਆ ਨਾ, ਮੈਂ ਰੋਜ਼ ਦਰਸ਼ਨ ਕਰਦਾ ਮਹਾਰਾਜ ਦੇ।
मैं उत्थों दर्शन करदा जो महाराज नूं ना लैके आउंदे आ कोठा साहिब तो, मैं कदी कदी देखदा अखां चों नीर आउंदा, किद्दां फुल्लां दी बरखा हो रही है उन्हां दे उपर। कदी इस गल नूं ना शरधा दे नाल देखो, क्योंकि वो दीन दुनिया दे मालिक है। फिर किद्दां जिस सिंह साहब ने उन्होंने अपने सीस दे उपर सजाया हुंदा ना, उस सिंह साहब दे भी गल दे विच हार पाया हुंदा। आप जपे अवरा नाम जपावे, नानक धूड़ मंगे तिस गुरसिੱਖੀ। ਉਹ ਗੁਰਸਿੱਖ ਦੇ ਚਰਨਾਂ ਦੀ ਧੂੜ ਚਾਹੀਦੀ ਹੈ, ਜਿਹੜਾ ਆਪ ਹੀ ਜਪਦਾ ਤੇ ਜਿਹੜਾ ਸਾਨੂੰ ਵੀ ਜਪਾਉਂਦਾ। ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਹੈ। ਜੋ ਦੀਸੇ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਈ ਜਿਓ। ਕਹਿਣ ਤੋਂ ਭਾਵ ਕਿ ਸਿੰਘ ਸਾਹਿਬ ਦਾ ਵੀ ਪੂਰਾ ਸਤਿਕਾਰ ਹੁੰਦਾ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਆਪਣੇ ਸੀਸ ਦੇ ਉੱਪਰ ਸਜਾਇਆ ਹੁੰਦਾ। ਦੇਖੋ ਅਸੀਂ ਸ਼ਬਦ ਉਹੋ ਹੀ ਹੈ, ਸੀਸ ਤੇ ਰੱਖਿਆ ਤੇ ਸੀਸ ਤੇ ਸਜਾਇਆ, ਬਸ ਥੋੜਾ ਜਿਹਾ ਫਰਕ ਪੈ ਜਾਂਦਾ ਸ਼ਬਦਾਵਲੀ ਦੇ ਵਿੱਚ, ਹੈ ਨਾ। ਹੁਣ ਇੱਕ ਬੱਚਾ ਸੀਗਾ ਤੇ ਨਾਲ ਉਹਦਾ ਦੋਸਤ ਖੜਾ ਸੀਗਾ ਤੇ ਅੱਗੋਂ ਉਹਦਾ ਬਾਪੂ ਆ ਰਿਹਾ ਸੀਗਾ। ਹੁਣ ਇੰਨੀ ਗੱਲ ਨਾਲ ਵੀ ਸਮਝ ਤੇ ਆ ਜਾਣੀ ਹੈ ਕਿ ਤੇਰੀ ਮਾਂ ਦਾ ਖਸਮ ਆ ਰਿਹਾ, ਗੱਲ ਤੇ ਉਹੀ ਹੈ। ਤੇ ਜੇ ਉਸੇ ਗੱਲ ਨੂੰ ਆਪਾਂ ਇਦਾਂ ਕਹਿ ਰਹੀਏ ਵੀ ਤੇਰੇ ਸਤਿਕਾਰਯੋਗ ਪਿਤਾ ਜੀ ਆ ਰਿਹਾ, ਗੱਲ ਤਾਂ ਉਹੀ ਹੈ। ਦੋਨਾਂ ਦੇ ਅਰਥ ਤੇ ਉੱਥੇ ਜਾ ਕੇ ਟਿਕਦੇ ਨਾ, ਬਸ ਗੱਲ ਸ਼ਬਦਾਵਲੀ ਹੈ ਵੀ ਤੁਸੀਂ ਸ਼ਬਦਾਵਲੀ ਕਿਸ ਤਰ੍ਹਾਂ ਦੀ ਇਸਤੇਮਾਲ ਕਰਦੇ ਹੋ। ਤੇ ਜਦੋਂ ਮਹਾਰਾਜ ਨੂੰ ਲੈ ਕੇ ਆਂਦੇ, ਫਿਰ ਉਸ ਤੋਂ ਬਾਅਦ ਪਾਲਕੀ ਵਿੱਚ ਸਜਾਉਂਦੇ ਆ, ਪਾਲਕੀ ਵਿੱਚ ਸਜਾਉਂਦੇ। ਅੱਛਾ ਤੁਸੀਂ ਕਦੀ ਦੇਖਿਓ ਅੱਗੇ ਉਹਨਾਂ ਦੇ ਜਿਹੜੇ ਸਿੰਘ ਸਾਹਿਬ ਚੱਲਦੇ ਆ ਨਾ, ਉਹਨਾਂ ਦਾ ਮੁੱਖ ਜਿਹੜਾ ਉਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਲ ਹੁੰਦਾ, ਪਿੱਠ ਕਰਕੇ ਚੱਲਦੇ। ਔਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪਾਲਕੀ ਸਾਹਿਬ ਦੇ ਵਿੱਚ ਸ਼ੋਭਿਤ ਕਰਕੇ ਦਰਬਾਰ ਸਾਹਿਬ ਵੱਲ ਜਾਂਦੇ ਆ, ਉਸ ਸਮੇਂ ਪੈਸਕਾਰੇ ਵੱਜਦੇ ਆ, ਉਸ ਸਮੇਂ ਵਾਜੇ ਵੱਜਦੇ ਆ। ਉਹ ਵਾਜੇ ਕੀ ਆ? ਉਹ ਵਾਜਿਆਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਅਸੀਂ ਇੱਕ ਬਚਨ ਪੜ੍ਹਦੇ ਆ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਸਿੱਖੀ ਅਤੇ ਸੰਗਤੀ ਪਾਰ ਭ੍ਰਮ ਕਰ ਨਮਸਕਾਰਿਆ। ਫਿਰ ਉੱਥੇ ਇੱਕ ਪੰਕਤੀ ਹੁੰਦੀ ਹੈ, ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਦਾ ਮਤਲਬ ਕੀ ਹੈ? ਜਦੋਂ ਰਾਜਾ ਪੁਰਾਤਨ ਸਮੇਂ ਦੇ ਵਿੱਚ ਆਪਣੇ ਮਹੱਲ ਤੋਂ ਬਾਹਰ ਜਾਂਦਾ ਸੀ ਨਾ, ਤੇ ਰਸਤੇ ਦੇ ਵਿੱਚ ਤੂਤਨੀਆਂ ਵੱਜਦੀਆਂ ਸੀਗੀਆਂ। ਰਸਤੇ ਦੇ ਵਿੱਚ ਤੂਤਨੀਆਂ, ਉਹਨੂੰ ਕਹਿੰਦੇ ਸੀ ਪੇਸ਼ਕਾਰੇ। ਉਹਨਾਂ ਨੂੰ ਅਸਲੀ ਸ਼ਬਦ ਕੀ ਹੈ? ਪੇਸ਼ਕਾਰੇ। ਤੇ ਹੁਣ ਗੱਲ ਆ ਗਈ ਵੀ ਰਾਜਾ ਵੀ ਗਿਆ ਤੇ ਉਹਦੇ ਪੇਸ਼ਕਾਰੀ ਵੀ ਗਏ, ਤੇ ਗੁਰੂ ਰਾਮਦਾਸ ਜੀ ਮਹਾਰਾਜ ਤੁਸੀਂ ਤਨ ਕਰਕੇ ਤੇ ਇੱਥੋਂ ਚਲੇ ਗਏ ਹੋ, ਪਰ ਤੁਹਾਡੇ ਪੇਸ਼ਕਾਰੇ ਅੱਜ ਵੀ ਉੱਥੇ ਵੱਜਦੇ ਪਏ ਆ। ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ, ਸੱਚ ਦਾ ਅਖਰੀ ਅਰਥ ਹੈ ਹਮੇਸ਼ਾ ਰਹਿਣ ਵਾਲੇ ਜਿਹੜੇ ਪੇਸ਼ਕਾਰੇ ਆ ਨਾ, ਉਹ ਅੱਜ ਵੀ ਉੱਥੇ ਆ। ਖੈਰ ਆਪਾਂ ਦੂਸਰੇ ਪਾਸੇ ਚਲੇ ਗਏ। ਮੈਂ ਬੇਨਤੀ ਕਰ ਰਿਹਾ ਸੀਗਾ ਸਤਯੁਗ ਤੇ ਇਹਨਾਂ ਦੀ ਯੁੱਗਾਂ ਦੀ ਗੱਲ। ਮਹਾਰਾਜ ਕਹਿੰਦੇ ਜੇ ਯੁੱਗ ਚਾਰੇ ਆਰਜਾ ਹੋਰ ਦਸੂਨੀ ਹੋਏ। ਗੱਲ ਇੱਥੇ ਉਮਰ ਦੀ ਹੋ ਰਹੀ ਹੈ। ਬਿਨ ਸਿਮਰਨ ਜਿਉ ਜੀਵਨ ਬਲਨਾ ਸਰਪ ਜੈਸੇ ਅਰਜ਼ਾਰੀ, ਅਰਜ਼ਾਰੀ ਮੈਨੇ ਉਮਰ। ਨਵ ਖੰਡਨ ਕੋ ਰਾਜ ਕਬਾਵੇ, ਬੜਾ ਰਾਜ ਕਬਾਇਆ ਉਹਨੇ 9 ਖੰਡਾਂ ਦੇ ਵਿੱਚ, ਲੇਕਿਨ ਮਹਾਰਾਜ ਕਹਿੰਦੇ ਅੰਤ ਚਲੇ ਗੋ ਹਾਰੀ, ਅੰਤ ਚਲੇ ਗੋ ਹਾਰੀ। ਆਖੀਰ ਦੇ ਵਿੱਚ ਇਥੋਂ ਸਾਰਾ ਕੁਝ ਉਹ ਹਾਰ ਕੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਗਿਆ। ਮਹਾਰਾਜ ਅੱਜ ਦੀ ਪੌੜੀ ਵਿੱਚ ਫਰਮਾਉਂਦੇ, ਜੇ ਯੁੱਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਤੇਰਾ ਨਾਮ ਜਿਹੜਾ 9 ਖੰਡਾਂ ਦੇ ਵਿੱਚ ਹੋਵੇ, ਨਾਲ ਚੱਲੇ ਸਭ ਕੋਏ। ਤੇ ਤੇਰੇ ਨਾਲ ਤੂੰ ਆਪਣੇ ਘਰ ਤੋਂ ਬਾਅਦ ਚ ਬਾਹਰ ਨਿਕਲੇ, ਪਹਿਲਾਂ ਤੇਰੇ ਘਰ ਦੇ ਬਾਹਰ ਲਾਲ ਬੱਤੀਆਂ ਤੇ ਹੋਰ ਜਿਹੜੀ ਆ ਉਹ ਹੋਣ। ਕਹਿਣ ਤੋਂ ਭਾਵ ਕਿ ਇੱਕ ਰਾਜੇ ਦੀ ਗੱਲ ਕਰ ਰਹੀ ਹੈ, ਇੱਕ ਅਫਸਰ ਦੀ ਗੱਲ ਕਰ ਰਹੀ ਹੈ, ਇਹ ਕੁਝ ਹੋ ਰਿਹਾ। ਮਹਾਰਾਜ ਕਹਿੰਦੇ ਨਾਲ ਚਲੇ ਸਭ ਕੋਏ। ਫਿਰ ਅੱਗੇ ਮਹਾਰਾਜ ਕਹਿੰਦੇ ਚੰਗਾ ਨੌ ਰਖਾਏ ਕੈ, ਤੂੰ ਨਾਮ ਵੀ ਕਹਿੰਦੇ ਚੰਗਾ ਰਖਾਇਆ ਤੇ ਲੋਕ ਤੇਰੀ ਸਿਫਤ ਵੀ ਕਰਦੇ ਆ। ਇੱਕ ਮੈਂ ਬੇਨਤੀ ਕਰਾਂ, ਜੇ ਰਾਜੇ ਦੇ ਕੋਲ ਧਰਮ ਹੈ, ਠੀਕ ਹੈ ਜੀ, ਆਪਾਂ ਆਪਣੇ ਰਾਜੇ ਦੀ ਗੱਲ ਕਰ ਲਈਏ, ਭਾਰਤ ਦੇ ਰਾਜੇ ਦੀ ਗੱਲ ਕਰ ਲਈਏ, ਜੇ ਸਾਡਾ ਰਾਜਾ ਧਰਮੀ ਹੈ
ਤੇ ਇਹ ਪੂਰੀ ਧਰਤੀ ਜਿਹੜੀ ਭਾਰਤ ਦੀ ਆ ਉਹ ਸਤਜੁਗੀ ਬਣ ਸਕਦੀ ਹੈ। ਤੇ ਜੇ ਰਾਜੇ ਦੇ ਕੋਲ ਧਰਮ ਨਹੀਂ ਹੈ ਤੇ ਫਿਰ ਮਹਾਰਾਜ, ਫਿਰ ਕਲਯੁਗ ਤਾਂ ਹੈ ਹੀ ਹੈ। ਇਹ ਤਾਂ ਮਨ ਦੀਆਂ ਅਵਸਥਾਵਾਂ ਕਿ ਅਸੀਂ ਸਤਜੁਗੀ ਬਣਨਾ, ਅਸੀਂ ਕਲਯੁਗੀ ਬਣਨਾ, ਅਸੀਂ ਕੀ ਕਰਨਾ ਹੈ। ਮਹਾਰਾਜ ਇਸੇ ਤਰ੍ਹਾਂ ਸਾਡੇ ਘਰ ਦੇ ਹਾਲਾਤ ਹੈ। ਜੇ ਸਾਡੇ ਘਰ ਦੇ ਵਿੱਚ ਬਾਣੀ ਪੜ੍ਹੀ ਜਾਂਦੀ ਹੈ, ਹਰ ਬੱਚਾ ਬਾਣੀ ਪੜ੍ਹਦਾ, ਤੇ ਮਾਫ ਕਰਨਾ ਉਸ ਘਰ ਦੇ ਕੱਲਾ ਕੱਲਾ ਜੀ ਜਿਹੜਾ ਉਹ ਸਤਯੁਗ ਵਿੱਚ ਜੀ ਰਿਹਾ। ਤੇ ਜੇ ਉਸ ਘਰ ਦੇ ਵਿੱਚ ਕਲੇਸ਼ ਹੀ ਹੈ ਤੇ ਫਿਰ ਇਹ ਤੋਂ ਵੱਡਾ ਹੋਰ ਤੁਸੀਂ ਕਲਯੁਗ ਕਿੱਥੇ ਆਪਾਂ ਦੇਖਾਂਗੇ। ਇਹ ਆਪਣੀ ਵੀ ਆਪਾਂ ਮਹਾਰਾਜ ਇੱਥੇ ਫਰਮਾਉਂਦੇ, ਜੇ ਯੁਗ ਚਾਰੇ ਆਰਜਾ ਹੋਰ ਦਸੂਨੀ ਹੋਏ। ਆਪਾਂ ਗੱਲ ਕੀਤੀ ਸੀ 43 ਲੱਖ ਤੇ 20,000 ਸਾਲ, ਚਾਰਾਂ ਯੁਗਾਂ ਦੀ ਉਮਰ ਇਕੱਠੀ ਕੀਤੀ ਸੀ। 43 ਲੱਖ ਤੇ 20,000 ਸਾਲ। ਮਹਾਰਾਜ ਕਹਿੰਦੇ ਇਹਨੂੰ 10 ਨਾਲ ਗੁਣਾ ਕਰ ਦਿਓ, ਇੰਨੀ ਉਮਰ ਹੋ ਜਾਵੇ। ਜੇ ਯੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ। ਚੰਗਾ ਨੌ ਰਖਾਏ ਕੈ ਜਸ ਕੀਰਤ ਜਗ ਲੈ, ਤੇਰਾ ਨਾਮ ਦੁਨੀਆ 'ਚ ਚੰਗਾ ਹੋਵੇ, ਤੂੰ ਜਸ ਵੀ ਲੈਂਦਾ ਹੋਵੇਂ। ਪਰ ਮਹਾਰਾਜ ਅੱਗੇ ਕਹਿੰਦੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ। ਹੁਣ ਜਿਹੜਾ ਸ਼ਬਦ ਵਾਤ ਨਾ ਪੁੱਛੇ ਕੀ ਹੈ ਨਾ, ਇਹ ਰਾਤੀ ਜਦੋਂ ਮੈਂ ਇੱਕ ਗ੍ਰੰਥ 'ਚੋਂ ਪੜ੍ਹਿਆ ਤੇ ਮੈਂ ਹੈਰਾਨ ਹੋ ਗਿਆ। ਇਹ ਵਾਤ ਨਾ ਪੁੱਛੇ ਕੀ, ਇੱਥੇ ਲੋਕ ਦੀ ਗੱਲ ਨਹੀਂ ਆ ਰਹੀ। ਲੋਕ ਵਿੱਚ ਤੇ ਮਹਾਰਾਜ ਕਹਿ ਰਹੇ ਆ ਵੀ ਤੂੰ ਜਸ ਕੀਰਤ ਲੈ ਲਿਆ, ਲੋਕਾਂ ਨੇ ਤੇਰੀ ਬਾਤ ਪੁੱਛ ਲਈ, ਤੇਰੇ ਪਿੱਛੇ ਪਿੱਛੇ ਘੁੰਮ ਗਏ। ਇਹ ਜਿਹੜਾ ਵਾਤ ਨਾ ਪੁੱਛੇ ਕੇ ਸ਼ਬਦ ਨਾ, ਇਹ ਹੈ ਜਦੋਂ ਤੂੰ ਲੋਕ ਛੱਡ ਕੇ ਪਰਲੋਕ ਵਿੱਚ ਜਾਵੇਂਗਾ, ਉੱਥੇ ਤੇਰੀ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਿਸੇ ਨੇ ਬਾਤ ਨਹੀਂ ਪੁੱਛਣੀ। ਸਾਧ ਸੰਗਤ ਜੀ, ਇਸ ਪੰਕਤੀ ਨੂੰ ਬੜੇ ਧਿਆਨ, ਜੇ ਤਿਸ ਨਦਰ ਨਾ ਆਵੀ। ਦੇਖੋ ਇੱਥੇ ਤੇ ਲੋਕ ਸਾਡੇ ਪਿੱਛੇ ਪਿੱਛੇ ਮਾਰਨ ਉੱਪਰ ਕਹਿਤਾ ਕਿ ਤੇਰਾ ਨਾਮ ਹੀ ਚੰਗਾ, ਸਭ ਕੁਝ ਚੰਗਾ। ਹੁਣ ਜਿਹੜੀ ਇਹ ਪੰਕਤੀ ਨਾ, ਜੇ ਤਿਸ ਨਦਰ ਨਾ ਆਵੀ, ਤੇ ਮਹਾਰਾਜ ਕਹਿੰਦੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਤੈਨੂੰ ਜੁੱਤੀਆਂ ਪੈਣੀਆਂ। ਜਿਹਨੂੰ ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਜਿੰਨੀ ਕਮੀ ਨਾਹੀ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀਵੀ ਸਾਈਂ ਦਾ ਦਰਬਾਰ। ਉਹਦੇ ਦਰਬਾਰ ਦੇ ਵਿੱਚ ਜਾ ਕੇ ਸਿਰ ਨੀਵਾ ਕਰਕੇ ਤੈਨੂੰ ਖੜਾ ਹੋਣਾ ਪਵੇਗਾ। ਇੱਕ ਹੋਰ ਪ੍ਰਮਾਣ ਦਿਆਂ ਭਾਈ ਨੰਦ ਲਾਲ ਜੀ ਦਾ, ਗਰ ਬਜ਼ੁਰਗੀ ਬਾਇਦਤ ਕੋਨ ਬੰਦਗੀ, ਵਰਨਾ ਮੀਂਹ ਕਸ਼ੀ ਆਖਰ ਸ਼ਰਮਿੰਦਗੀ। ਭਾਈ ਨੰਦ ਲਾਲ ਜੀ ਕਹਿੰਦੇ, ਜੇ ਤੂੰ ਚਾਹੁੰਨਾ ਨਾ ਕਿ ਮੈਂ ਸਿਆਣਾ, ਲੋਕ ਮੈਨੂੰ ਕਹਿਣ, ਵੈਸੇ ਅਸੀਂ ਬਾਬਾ ਕਿਹਨੂੰ ਕਹਿੰਦੇ ਆ, ਜਿਹਦੀ ਦਾੜੀ ਚਿੱਟੀ ਹੈ, ਬਸ ਇਹੋ ਹੀ ਹੈ ਨਾ। ਚਲੋ ਉਹ ਵੀ ਤੁਸੀਂ ਕਹਿ ਦਿਆ ਕਰੋ, ਘਰ 'ਚ ਕੋਈ ਆਇਆ ਤੇ ਕਹਿਤਾ ਬਾਬਾ ਜੀ ਆਏ, ਹਨਾ। ਲੇਕਿਨ ਮਹਾਰਾਜ ਕਹਿੰਦੇ ਇਹ ਏਦਾਂ ਬਾਹਰੋਂ ਦਾੜੀਆਂ ਚਿੱਟੀਆਂ ਦੇਖ ਕੇ ਬਾਬਾ ਨਹੀਂ ਉਹ ਬਣਿਆ ਜਾਂਦਾ। ਗਰ ਬਜ਼ੁਰਗੀ, ਜੇ ਤੂੰ ਬਾਬਾ ਬਣਨਾ ਚਾਹੁੰਨਾ, ਬਾਇਦਤ ਕੁਨ ਬੰਦਗੀ, ਬੰਦਗੀ ਨਾਲ ਜੁੜ ਕਹਿੰਦੇ ਆ ਹੈ ਅਸਲੀ ਬਾਬਾ। ਅਸੀਂ ਬਾਬੇ ਕਹਿੰਦੇ ਆ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ, ਅਸੀਂ ਕਹਿੰਦੇ ਆ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਨੂੰ, ਕਿਉਂਕਿ ਉਹ ਬੰਦਗੀ ਦੇ ਨਾਲ ਓਤ ਪੋਤ ਹੋਏ ਸੀਗੇ। ਗਰ ਬਜ਼ੁਰਗੀ ਬਾਇਦਤ ਕੁਨ ਬੰਦਗੀ, ਵਰਨਾ ਮੀਂਹ ਕਸ਼ੀ ਆਕਰ ਸ਼ਰਮਿੰਦਗੀ। ਨਹੀਂ ਤੇ ਤੈਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕੇ ਸ਼ਰਮਿੰਦਿਆਂ ਹੋਣਾ ਪਵੇਗਾ। ਇੱਥੇ ਮਹਾਰਾਜ ਕਹਿੰਦੇ ਆ ਬਾਤ ਨਾ ਪੁੱਛੇ, ਤੇਰੀ ਕਿਸੇ ਨੇ ਉੱਥੇ ਬਾਤ ਨਹੀਂ ਪੁੱਛਣੀ। ਜੇ ਤਿਸ ਨਦਰ ਨਾ ਆਵੀ, ਨਦਰ ਦਾ ਅਖਰੀ ਅਰਥ ਹੈ ਉਹਦੀ ਨਜ਼ਰ ਦੇ ਹੇਠ ਨਹੀਂ ਆਇਆ, ਉਹਦੀ ਬਖਸ਼ਿਸ਼ ਦੇ ਹੇਠ ਨਹੀਂ ਆਇਆ। ਮੈਂ ਦੋ ਕੁ ਪ੍ਰਮਾਣ ਨਦਰ ਦੇ ਲੈ ਲਵਾਂ। ਕਿਆ ਹੰਸ ਕਿਆ ਬਗੁਲਾ, ਜਾਕੋ ਨਦਰ ਕਰੇ, ਜੋ ਤਿਸ ਭਾਵੇ ਨਾਨਕਾ, ਕਾਗੋ ਹੰਸ ਕਰੇ। ਇਹ ਉਹਦੀ ਬਿਰਤੀ ਹੈ ਜੀ, ਇਹ ਗੁਰੂ ਦਾ ਬੜਾਪਣ ਹੈ। ਉਹ ਚਾਹੇ ਤੇ ਕਾਂ ਨੂੰ ਵੀ ਹੰਸ ਬਣਾ ਦਿੰਦਾ। ਸੂਕੇ ਹਰੇ ਕੀਏ ਖਿਨ ਮਾਹੇ। ਇੱਕ ਮੈਂ ਤੁਹਾਨੂੰ ਪ੍ਰਮਾਣ ਦਿਆਂ, ਸਾਖੀ ਨਾ ਜੋੜਾ। ਇੱਕ ਨਾ ਡਾਕਟਰ ਜਸਵੰਤ ਸਿੰਘ ਨੇਕੀ ਹੋਏ ਆ, ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਗਾਥਾ ਲਿਖੀ ਹੈ। ਕਹਿੰਦੇ ਮੈਂ ਉਹ ਨਾ ਪਾਕਿਸਤਾਨ ਤੋਂ ਆਏ ਸੀਗੇ, 1947 ਤੋਂ ਬਾਅਦ ਪਾਕਿਸਤਾਨ ਤੋਂ ਆਏ ਸੀਗੇ। ਆ ਹੁਣ 2 ਸਾਲ ਹੋ ਗਏ ਆ, ਚੜਾਈ ਕਰ ਗਏ ਆ। ਉਹ ਕਹਿੰਦੇ ਕਿ ਮੇਰੇ ਸਾਹਮਣੇ ਕੀ ਹੋਇਆ,
ਭੁਚਾਲ ਆਇਆ ਤੇ ਤਕਰੀਬਨ ਕਹਿੰਦੇ ਅੱਧਾ ਪਿੰਡ ਕਹਿੰਦੇ ਬਰਬਾਦ ਹੋ ਗਿਆ ਕਹਿੰਦੇ, ਤੇ ਸਾਡਾ ਚਲੋ ਕਹਿੰਦੇ ਬਚਾਅ ਹੋ ਗਿਆ ਕਹਿੰਦੇ ਮੈਂ ਪਿੰਡ ਦੇ ਵਿੱਚ ਘੁੰਮਿਆ, ਇੱਕ ਘਰ ਦੇ ਵਿੱਚ ਬਜ਼ੁਰਗ ਔਰਤ ਤੇ ਇੱਕ ਬੱਚੀ ਦਾ ਬਚਾਅ ਹੋਇਆ, ਬਾਕੀ ਸਾਰੇ ਕਹਿੰਦੇ ਘਰ ਦੇ ਮੈਂਬਰ ਚੜਾਈ ਕਰ ਗਏ। ਹੁਣ ਬੱਚੀ ਸੀਗੀ ਕੋਈ 7 ਤੋਂ 8 ਮਹੀਨੇ ਦੀ, ਉਹ ਬੱਚੀ ਦੁੱਧ ਵਾਸਤੇ ਰੋ ਰਹੀ ਸੀ, ਮਾਂ ਉਹਦੀ ਚੜਾਈ ਕਰ ਚੁੱਕੀ ਸੀ, ਤੇ ਇੱਕ ਕਹਿੰਦੇ ਕੋਈ ਪਿੰਡ ਦੇ ਵਿੱਚ ਹੀ ਰੱਬੀ ਰੂਹ ਕਹਿ ਲਈਏ, ਰੱਬ ਨੂੰ ਮੰਨਣ ਵਾਲਾ ਕਹਿੰਦੇ ਆਇਆ, ਉਹਨੇ ਬੱਚੀ ਨੂੰ ਚੱਕ ਕੇ ਉਸ ਬਜ਼ੁਰਗ ਜਿਹੜੀ 70 ਤੋਂ 80 ਸਾਲ ਦੀ ਮਾਂ ਸੀ ਉਹਦੇ ਨਾਲ ਪਾ ਦਿੱਤਾ। ਕਹਿੰਦਾ ਮਾਂ ਇਹਨੂੰ ਦੁੱਧ ਦੇ। ਕਹਿੰਦੀ ਮੈਂ ਦੁੱਧ ਕਿੱਥੋਂ ਦਿਆਂ, ਮੈਂ ਤੇ 70 ਸਾਲ ਦੀ ਉਮਰ ਹੋ ਗਈ ਹੈ, ਮੇਰਾ ਤੇ ਨਹੀਂ, ਕਹਿੰਦੇ ਮੈਂ ਦੁੱਧ ਮੇਰੇ ਨਹੀਂ ਆ ਸਕਦਾ। ਕਹਿੰਦੇ ਤੂੰ ਨਾਲ ਪਾ, ਦੁੱਧ ਇਹਦੇ ਮੂੰਹ ਚ ਪਾ। ਮਹਾਰਾਜ ਉਹ ਲਿਖਦੇ ਕਹਿੰਦੇ ਉਸੇ ਵੇਲੇ ਉਸ ਮਾਂ ਦੇ ਅੰਦਰੋਂ ਦੁੱਧ ਦੀਆਂ ਧਾਰਾਵਾਂ ਫੁੱਟ ਗਈਆਂ, ਸੂਕੇ ਹਰੇ ਕੀਏ ਖਿਨ ਬਾਹੇ। ਇਹ ਗੁਰੂ ਦੀ ਬਖਸ਼ਿਸ਼ ਹੈ ਜੀ। ਜਦੋਂ ਉਹਨੇ ਪੰਕਤੀਆਂ ਲਿਖੀ ਨਾ, ਗਾਥਾ ਲਿਖੀ, ਤੇ ਗਾਥਾ ਪੜ੍ਹਦਿਆਂ ਮੈਂ ਭਾਵੁਕ ਹੋ ਗਿਆ। ਮੈਂ ਕਿਹਾ ਵਾਹ ਮਾਲਕਾ ਤੇਰੀਆਂ ਰਹਿਮਤਾਂ। ਇਹ ਸਾਧ ਸੰਗਤ ਜੀ, ਇਹ ਜਿਹੜੀਆਂ ਖੇਡਾਂ ਨਾ ਇਹ ਵਰਤਦੀਆਂ ਸਾਧ ਸੰਗਤ ਜੀ, ਔਰ ਵਰਤਦੀਆਂ ਫਿਰ ਇਹ ਨਹੀਂ ਕਿ ਆਮ, ਬੜੀਆਂ ਕਿਤੇ ਹੈਨ ਵਿਰਲੇ, ਬਹੁਤ ਕਿਤੇ ਕਿਤੇ ਇਹ ਜਿਹੜੀਆਂ ਖੇਡਾਂ ਵਰਤੀਆਂ। ਮਹਾਰਾਜ ਕਹਿੰਦੇ ਜੇ ਤਿਸ ਨਦਰ ਨਾ ਆਵਈ, ਹੁਣ ਉੱਤੇ ਬਖਸ਼ਿਸ਼ ਹੋਈ ਸੀਗੀ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ। ਕਿ ਆਪਾਂ ਕਈ ਵਾਰ ਬੇਨਤੀ ਕੀਤੀ ਹੈ, ਤੁਸੀਂ ਗੁਰਦੁਆਰਾ ਸਾਹਿਬ ਆਉਂਦੇ ਹੋ, ਮੈਂ ਵੀ ਤੁਹਾਡੇ ਕਰਕੇ ਆ ਰਿਹਾ। ਚਲੋ ਮੈਂ ਤੁਹਾਡੇ ਕਰਕੇ ਸ਼ਬਦ ਨਾ ਵਰਤਾਂ, ਮੈਂ ਆਪਾਂ ਸਾਰੇ ਹੀ ਇੱਕ ਦੂਜੇ ਦੇ ਕਰਕੇ ਆ ਰਹੇ ਹਾਂ। ਹੁਣ ਸਾਰਿਆਂ ਦਾ ਇੱਕ ਕੌਣ ਹੈ? ਉਹ ਹੈ ਗੁਰੂ ਗ੍ਰੰਥ ਸਾਹਿਬ ਜੀ। ਆਪਾਂ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਕੇ ਇੱਥੇ ਆ ਰਹੇ ਹਾਂ, ਠੀਕ ਹੈ ਜੀ। ਮੈਂ ਬੇਨਤੀ ਕਰਨਾ, ਜੇ ਮੈਂ ਦਾਵਾ ਕਰਾਂ ਨਾ ਕਿ ਮੈਂ ਆ ਗਿਆ ਤੇ ਉਹ ਤੋਂ ਵੱਡਾ ਹੰਕਾਰ ਨਹੀਂ। ਮਾਫ ਕਰਨਾ, ਮੇਰੀ ਆਂਦਿਆਂ ਹੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਇਹ ਅਰਦਾਸ ਹੁੰਦੀ ਹੈ, ਦਾਤਿਆ ਤੂੰ ਹਿੰਮਤ ਬਖਸ਼ੀ ਹੈ ਤੇ ਆਪਣੇ ਦਰਸ਼ਨ ਦਿੱਤੇ ਹੈ। ਤੂੰ ਹਿੰਮਤ ਦਿੱਤੀ ਹੈ ਤੇ ਤੇਰੇ ਦਰਸ਼ਨ ਹੋਏ ਆ, ਨਹੀਂ ਤੇ ਸਾਡੀ ਕੀ ਔਕਾਤ ਹੈ ਤੇਰੇ ਦਰਸ਼ਨ ਕਰ ਸਕੀਏ। ਰਾਤ ਨੂੰ ਸੁੱਤੇ ਆ, ਪਤਾ ਨਹੀਂ ਕੋਈ ਚੱਕ ਕੇ ਕਿੱਥੇ ਸੁੱਟ ਦੇਵੇ, ਸਵਾਸ ਅੱਗੇ ਚੱਲਣਾ ਜਾਂ ਨਹੀਂ ਚੱਲਣਾ, ਇਹ ਤੇਰੀ ਬਖਸ਼ਿਸ਼ ਹੀ ਹੈ। ਸੋ ਇਸ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਇੱਕ ਸੂਖਸ਼ਮ ਜੀ ਅਰਦਾਸ ਜਿਹੜੀ ਹੈ ਨਾ ਉਹ ਜ਼ਰੂਰ ਕਰਿਆ ਕਰੋ। ਮਹਾਰਾਜ ਕਹਿੰਦੇ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ। ਕਿ ਅੱਗੇ ਮਹਾਰਾਜ ਕਹਿੰਦੇ ਫਿਰ ਤੇਰੇ ਹਾਲਾਤ ਕੀ ਹੋਣੇ ਆ। ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ। ਮੈਂ ਇਹਦੇ ਸਿੱਧੇ ਜੇ ਅਰਥ ਕਰਦੇ ਆ, ਤੇਰੇ ਤੇ ਉਹ ਦੋਸ਼ ਲੱਗਣਗੇ, ਤੂੰ ਗੰਦੀ ਨਾਲੀ ਦਾ ਗੰਦੇ ਤੋਂ ਗੰਦਾ ਕੀੜਾ ਮਹਾਰਾਜ ਕਹਿੰਦੇ, ਔਰ ਉਹ ਦੋਸ਼ ਲੱਗਣਗੇ ਜਿਹੜੇ ਦੋਸ਼ ਤੂੰ ਕਦੀ ਸਮਝੇ ਵੀ ਨਹੀਂ ਹੋਣਗੇ, ਤੇਰੇ ਅੰਦਰ ਮਨ ਦੇ ਫੁਰਨੇ ਵਿੱਚ ਕਦੀ ਆਏ ਵੀ ਨਾ ਹੋਣਗੇ। ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ। ਤੇ ਅਗਲੀ ਪੰਕਤੀ ਮਹਾਰਾਜ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ, ਨਾਨਕ ਨਿਰਗੁਣ ਗੁਣ ਕਰੇ। ਜੇ ਕੋ ਨਾਉ ਧਰਾਏ ਵੱਡਾ, ਕਿਸੇ ਨੇ ਆਪਣਾ ਨਾਮ ਵੱਡਾ ਰਖਾਇਆ ਜੀ। ਮਹਾਰਾਜ ਕਹਿੰਦੇ ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੇ। ਤੇ ਆਪਣੀ ਮਰਜ਼ੀ ਦੇ ਨਾਲ ਨਾ ਆਪਣੀ ਜਵਾਨੀ ਦੇ ਵਿੱਚ ਰੰਗ ਰਲੀਆਂ ਮਾਣਦਾ ਪਿਆ। ਇਹਦੇ ਅਰਥ ਇਹੋ ਹੀ ਹੈ, ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਮਾਣੇ, ਸਾਧ ਕਰੇ ਮਨ ਭਾਣੇ। ਮਹਾਰਾਜ ਕਹਿੰਦੇ ਖਸਮੇ ਨਦਰੀ ਕੀੜਾ ਆਵੇ, ਉਸ ਖਸਮ ਦੀ ਨਦਰ ਦੇ ਵਿੱਚ ਤੂੰ ਇੱਕ ਕੀੜੇ ਦੀ ਨਿਆਈ ਹੈ। ਦੋਸ਼ੀ ਦੋਸ਼, ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼। ਮਹਾਰਾਜ ਕਹਿੰਦੇ ਤੂੰ ਇੱਕ ਕੀੜੇ ਦੇ ਬਰਾਬਰ ਹੈ। ਆਵੇ ਜੇਤੇ ਚੁਗੇ ਦਾਣੇ, ਕਹਿੰਦੇ ਤੇਰੇ ਉਹ ਹਾਲਾਤ ਹੈ ਜਿੱਦਾਂ ਇੱਕ ਕੀੜਾ ਆਇਆ ਤੇ ਦਾਣੇ ਖਾ ਕੇ ਤੇ ਕਹਿੰਦੇ ਚਲਿਆ ਗਿਆ, ਬਸ ਇਹ ਤੋਂ ਵੱਧ ਕਹਿੰਦੇ ਤੇਰੀ ਕੋਈ ਕਹਿੰਦੇ ਗੱਲ। ਮਹਾਰਾਜ ਫਰਮਾਉਂਦੇ
कीटा अंदर कीट कर दोषी दोष धरे। अगली पंक्ति मैं फिर गल रिपीट कर लगा क्योंकि कुछ संगत बाद च आई है। अगली पंक्ति बड़े ध्यान नाल उच्चारण करनी है जी। नानक वखरा बोलना, निर्गुण गुण करे। जे तुसी नानक दे नाल शब्द निर्गुण ला दोगे ते गुरु नानक देव जी नूं असी फिर माड़ा कह रहे हैं, गाल कढ़ रहे हैं। असी ये कह रहे हैं तेको ते कोई गुण है ही नहींगा, तू गुणा निर्गुण। ये शब्द असी पढ़ना हैगा। ये पंक्ति ध्यान नाल पढ़नी है। नानक निर्गुण गुण करे, निर्गुण गुण करे। एक साह दे विच, एक साह दे विच इनू तोड़ना नहीं इस गल नूं। नानक निर्गुण गुण करे, गुणवंतियां गुण दे। आओ थोड़ा जिहा असी इस शब्द को देख लीए। गुरु नानक देव जी दे अंदर ऐसी समर्था है, अखरी अर्थ कि जिन्हां दे अंदर कोई गुण भी है नहीं ना, महाराज उन्हां नूं भी गुण दे दिंदे है। निर्गुण गुण करे। एक प्रमाण गुरु रामदास जी दा, निर्गुण राख लिया संतन का सदका, सतगुर ढाक दिया मोहे पापी पढ़दा। सतगुर ढाक दिया मोहे पापी पढ़दा। निर्गुण राख लिया। मैं एक निर्गुण सी, मैं परमात्मा दी दरगाह दे विच उन्हें मेरे सारे पढ़दे जिहड़े ना कज दिते है। ये उथे ना कहिए, माफ करना जिहड़ी गल कहन लगा। जे इस रूहे जमीन ते असी चोरियां करते हैं, डकैतियां करते हैं, होर भी बहुत सारे ऐसे औगण करते हैं जे संगत दे अगे लोकां दे अगे जाहर नहीं हुंदे ना, ते ये मनो भी वो साडे परदे ढक रिहा हुंदा। निर्गुण राख लिया संतन का सदका, सतगुरु ढाक दिया मोहे पापी पढ़दा। जेता समुंद सागर नीर भरिया, तेते औगन हमारे, अरदास कर सिखा, दया करो किछ मेहर उपावो डुबदे पत्थर। असी जदों भी किते चार बंदियां च बहने आ, कदी असी उन्हां दे अगे अपने औगणां दी गल कीती कि मेरे च आ औगण है? असी यही गल करांगे, मैं आ कीता, मैं आ कीता, मैं इदां कीता। कदी नहीं किहा भी मेरे अंदर आ भी कुछ चलदा पिया। और बाबा कबीर जी कहंदे आ, मन जाने सब बात जानत ही औगन करे। पता है कहंदे इनू सारा कुछ, पर जान बुझ के कहंदे गलतियां कर रहे हैं। हुण किन्नू नहीं पता जी कि नशा करना माड़ा, किन्नू नहीं पता जी जुआ खेलना माड़ा, किन्नू नहीं पता जी झूठ बोलना माड़ा। बाबा कबीर जी कहंदे आ, मन जाने सब बात जानत ही औगन करे। काहे की कुसलात हाथ दीप कूवें परे। कहंदे तेरे ओ हालात है कि तेरे हाथ दे विच दीवा भी जग रिहा, परंतु तू फिर कहंदे खूह दे विच डिग रिहा। सिखा तेरे कोल गुरु ग्रंथ साहब जी महाराज दीवा हन, लेकिन तू रोशनी लैण दी बजाय पिठ करके फिर तू हनेरे विच टक्करा खा रिहा, हनेरे विच टक्करा खा रिहा। बाबा कबीर जी, मन जाने सब बात जानत ही औगन करे, काहे की कुसलात हाथ दीप कूएं परे। महाराज इत्थे फरमाउंदे, कहंदे गुरु नानक देव जी समर्थ हन। ਉਹ ਸਾਡੇ ਜਿਹੜੇ ਨਿਰਗੁਣ ਨਾ, ਜਿਹੜੇ ਸਾਡੇ ਅੰਦਰੋਂ ਦੋਸ਼ ਹੈ, ਉਹਨਾਂ ਨੂੰ ਮਹਾਰਾਜ ਕਹਿੰਦੇ ਉਹ ਖਤਮ ਕਰ ਦੇਣਗੇ। ਇੱਕ ਨਾ ਭਾਈ ਗੁਰਦਾਸ ਜੀ ਸਾਡੇ 20 ਔਗਣਾਂ ਦੀ ਗਿਣਤੀ ਕਰਦੇ ਆ ਜੀ, ਬੜੇ ਧਿਆਨ ਨਾਲ 20 ਔਗਣਾਂ ਦੀ ਗਿਣਤੀ ਕਰਦੇ ਇੱਕ ਵਾਰ ਦੇ ਵਿੱਚ। ਭਾਈ ਗੁਰਦਾਸ ਜੀ ਫਰਮਾਉਂਦੇ, ਹਮ ਅਪਰਾਧੀ, ਹਉ ਅਪਰਾਧੀ ਪਹਿਲਾ, ਗੁਨਹਗਾਰ ਹਉ ਬੇਮੁਖ ਮੰਦਾ, चार हो गए, बेमुख ते मंदा। चोर सब तो बड़ा चोर मैं भाई गुरदास जी कह रहे हैं। चलो मैं अपने आप कह के चलना, चोर यार जुआर हूं पर घर जोहंदा। आ बड़ा माड़ा उगन है जी।
ਸਾਡੇ ਹਾਲਾਤ ਇਹੀ, ਅਸੀਂ ਆਪਣਾ ਘਰ ਨਹੀਂ ਦੇਖਦੇ ਤੇ ਗਵਾਂਢੀਆਂ ਦੀਆਂ ਕੰਧਾਂ ਤੋਂ ਉੱਪਰ ਚੜ ਕੇ ਦੇਖਦੇ ਹਾਂ ਵੀ ਇੱਥੇ ਕੀ ਹੋ ਰਿਹਾ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਆਪਣਾ ਘਰ ਮੂਸਤ ਨਾ ਰੱਖ ਸਕੇ ਕੀ ਪਰ ਕਰ ਜੋ ਹੁਣ ਲਾਗਾ ਕਦੇ ਬੇਸ਼ਰਮਾ ਆਪਣਾ ਘਰ ਸਾਹਿਬ ਲੋਕਾਂ ਦੀਆਂ ਕੰਧਾਂ ਦੇ ਉੱਪਰ ਦੀ ਝੱਕਦਾ ਪਿਆ ਵੀ ਉੱਥੇ ਕੀ ਹੋ ਰਿਹਾ ਤੇ ਬਾਅਦ ਚ ਤਾੜੀਆਂ ਵਜਾ ਰਿਹਾ। ਦੇਖੋ ਮੇਰੀ, ਇਹ ਗੁਰੂ ਨਾਨਕ ਸਾਹਿਬ ਦੇ ਬਚਨ ਹੈ। ਬੜੇ ਬਚਨ ਗੁਰੂ ਨਾਨਕ ਸਾਹਿਬ ਦੇ ਐਸੇ ਆ ਜਿਹੜੇ ਸਾਨੂੰ ਕਹਿਣਗੇ ਬਾਬਾ ਬਸ ਕਰਦੇ ਅੱਗੇ ਨਾ ਤੁਸੀਂ, ਕਿਉਂਕਿ ਅੰਦਰ ਹੀ ਨਹੀਂ। ਆਸਾ ਕੀ ਵਾਰ ਕੀ ਕਹਿੰਦੀ ਪਈ ਆ, ਆਸਾ ਕੀ ਵਾਰ ਦਾ ਕਿਤੇ ਅਰਥ ਕਿਤੇ ਡਿਟੇਲ ਨਾਲ ਸਾਧ ਸੰਗਤ ਜੀ ਸੁਣ ਲਓ ਨਾ, ਜਾਂ ਸਿੱਖੀ ਛੱਡ ਦੋਗੇ ਜਾਂ ਬੰਦੇ ਬਣ ਜਾਓਗੇ, ਦੋਵਾਂ ਚ ਇੱਕ ਕੰਮ ਹੋਊਗਾ। ਜਾਂ ਸਿੱਖੀ ਛੱਡ ਦੋਗੇ ਤੇ ਜਾਂ ਬੰਦੇ ਬਣ ਜਾਓਗੇ। ਮੈਂ ਤੇ ਆਹੀ ਗੱਲ ਕਹਿੰਦਾ। ਭਾਈ ਗੁਰਦਾਸ ਜੀ ਕਹਿੰਦੇ, ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ, ਚੋਰ ਯਾਰ ਜੁਵਾਰ ਹਉ ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਮੈਂ ਲੋਕਾਂ ਦਾ ਮਾਲ ਖਾਂਦਾ ਪਿਆ, ਹਰਾਮ ਖੋਰ ਆ ਕਹਿੰਦੇ ਮੈਂ, ਹਰਾਮ ਖੋਰ, ਠੱਗ ਦੇਸ਼ ਠਗੰਦਾ, ਆਪ ਹੀ ਠੱਗੀ ਕਰਦਾ ਪਿਆ ਨਿੱਕੀਆਂ ਮੋਟੀਆਂ ਤੇ ਦੇਸ਼ ਨੂੰ ਠੱਗਣ ਦੀ ਵੀ ਗੱਲ ਕਰਦਾ ਪਿਆ। ਆ ਮੋਦੀ ਨੇ ਕੀ ਕੀਤਾ? ਆਹੀ ਕੁਛ ਕੀਤਾ। ਭਾਵੇਂ ਤੁਸੀਂ ਕਹੋ ਸ਼ਰੇਆਮ ਕਹਤਾ, ਇਹੋ ਕੁਛ ਹੋਇਆ। ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ, ਮਦ ਮੈਨੇ ਨਸ਼ਾ, ਲੋਭ ਮੋਹ ਅਹੰਕਾਰ ਕਰਨ ਦਾ, ਵਿਸ਼ਵਾਸ ਘਾਤੀ। ਕਿਸੇ ਨੇ ਆਪਣੀ ਘਰ ਵਾਲੀ ਮੇਰੇ ਨਾਲ ਗੱਡੀ 'ਚ ਭੇਜ ਦਿੱਤੀ ਵਿਸ਼ਵਾਸ ਕਰਕੇ, ਤੇ ਰਾਹ ਦੇ ਵਿੱਚ ਉਹਦੇ ਨਾਲ ਹੀ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ। ਆ ਹੈ ਵਿਸ਼ਵਾਸ ਘਾਤੀ। ਇਹ ਸਾਡੇ ਹਾਲਾਤ। ਵਿਸ਼ਵਾਸ ਘਾਤੀ, ਅਕਿਰਤ ਕਣ ਮੈਂ ਕੋ ਨਾ ਰਖੰਦਾ, ਅਕਿਰਤ ਕਣ, ਇਹ 20ਵਾਂ ਅਕਿਰਤ ਕਣ, ਕਿਸੇ ਦੀ ਕੀਤੀ ਹੋਈ ਨੂੰ ਭੁੱਲ ਜਾਣਾ। ਤੇ ਪਰ ਆਖਰੀ ਪੰਕਤੀ ਭਾਈ ਗੁਰਦਾਸ ਜੀ ਕਹਿੰਦੇ, ਸਿਮਰ ਮੁਰੀਦਾ ਢਾਡੀਆ, ਉਹਨੂੰ ਸਿਮਰ, ਉਹਨੂੰ ਯਾਦ ਕਰ। ਸਿਮਰ ਮੁਰੀਦਾ ਢਾਡੀਆਂ ਪ੍ਰਭ ਸਦ ਬਖਸ਼ੰਦਾ, ਉਹ ਸਤਿਗੁਰੂ ਜਿਹੜਾ ਤੇਰਾ ਹੈ ਨਾ, ਸਤਿਗੁਰ ਸਦ ਬਖਸ਼ੰਦਾ, ਉਹ ਤੇਰੀਆਂ ਗਲਤੀਆਂ ਨੂੰ ਵੀ पर्दे पान वाला है। निर्गुण राख लिया संतन का सदका, सतगुरु ढाक दिया मोहे पापी पड़ता। सतगुरु गुणी निधान है, गुणकर महाराज कहंदे ओ साडे औगणा नूं देख के गुणकर बख्शे औगण यारे, ओ साडे औगणा नूं गुरु जड़ा ना ਉਹ ਬਖਸ਼ਦਾ ਹੈ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਉਹ ਜਿਹੜੇ 5 ਰੋਗ ਹੈ ਨਾ, ਜਿਹੜਾ ਡਾਕਟਰਾਂ ਦੇ ਕੋਲ ਕੋਈ ਇਲਾਜ ਨਹੀਂ ਹੈਗਾ। ਕਾਮ ਦਾ ਕੋਈ ਇਲਾਜ ਨਹੀਂ ਜੀ ਡਾਕਟਰ ਦੇ ਕੋਲ, ਕ੍ਰੋਧ ਦਾ ਕੋਈ ਇਲਾਜ ਨਹੀਂ ਡਾਕਟਰ ਦੇ ਕੋਲ, ਲੋਭ ਦਾ ਕੋਈ ਸਕੈਨਿੰਗ ਚ ਆਉਂਦੇ ਨਹੀਂ ਹੈ। ਮਹਾਰਾਜ ਕਹਿੰਦੇ ਆ ਉਹਦੀ ਸਕੈਨਿੰਗ ਏਡੀ ਵੱਡੀ ਹੈ, ਉਹ ਸਾਰਾ ਕੁਝ ਕਹਿੰਦੇ ਦੇਖ ਰਿਹਾ ਕਰ। मेरी हाथ जोड़ के बेनती साध संगत जी, आखिरी आपां पंक्तियां, नानक निर्गुण गुण करे गुणवंतियां, जिन्हां दे विच ना थोड़े जे गुण हैगे चंगे, महाराज उन्हां दियां झोलियां होर भर दिया। गुणवंतियां गुण दे। फिर अगे आ गया जी, कहंदे कोई इदां दा कोई होर भी हैगा, कहंदे कोई इदां दा होर हैगा? ओदा जवाब दिता गुरु नानक देव जी ने, तेहा कोई ना सुझी, ਉਹਦੇ ਵਰਗਾ ਕਹਿੰਦੇ ਕੋਈ ਹੋਰ ਨਹੀਂ ਕਹਿੰਦੇ ਹੈਗਾ, ਉਹ ਇਕੱਲਾ ਹੀ ਹੈ ਕਹਿੰਦੇ, ਉਹ ਇਕੱਲਾ ਹੀ ਕਹਿੰਦੇ ਇਹ ਸਾਰੇ ਕੰਮ ਕਹਿੰਦੇ ਕਰਨ ਵਾਲਾ। ਮਹਾਰਾਜ ਫਰਮਾਉਂਦੇ, ਤੇਹਾ ਕੋਈ ਨਾ ਸੁਝੀ, ਜੇ ਤਿਸ ਗੁਣ ਕੋਏ ਕਰੇ, ਕੋਈ ਹੋਰ ਨੀਗਾ ਜਿਹੜਾ ਤੈਨੂੰ ਗੁਣਾ ਨੂੰ, ਤੇਰੇ ਅੰਦਰ ਗੁਣਾ ਦੀ ਝੋਲੀ ਜਿਹੜੀ ਨਾ, ਤੇਰੀ ਝੋਲੀ ਗੁਣਾ ਦੇ ਨਾਲ ਭਰ ਦਵੇ। ਉਹ ਕੱਲਾ ਹੀ ਪਰਿਪੂਰਨ ਪਰਮਾਤਮਾ ਕਹਿੰਦੇ ਆਪਣੇ ਆਪ 'ਚ ਹੀ ਹੈ। ਸੋ ਸਾਧ ਸੰਗਤ ਜੀ, ਮੈਂ ਬੇਨਤੀ ਕਰਨ ਲੱਗਾ ਸੀਗਾ, ਫਿਰ ਮੈਂ ਕਿਹਾ ਪੌੜੀ ਆਪਾਂ ਸੰਪੂਰਨ ਕਰ ਲਈਏ। ਮੈਂ ਇੱਕ ਬੇਨਤੀ ਆਪ ਜੀ ਨੂੰ ਤੁਹਾਡੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਕਰਦਾ, ਜ਼ਰੂਰ ਬਾਣੀ ਪੜਿਆ ਕਰੋ, ਜ਼ਰੂਰ ਸ਼ਬਦ ਦਾ ਅਭਿਆਸ ਕਰਿਆ ਕਰੋ। ਜਿਤਨੀ ਦੇਰ ਆਪ ਜੀ ਦਾ ਸ਼ਬਦ ਦਾ ਅਭਿਆਸ ਨਹੀਂ ਹੋਏਗਾ, ਬਾਣੀ ਦਾ ਅਭਿਆਸ ਨਹੀਂ ਹੋਏਗਾ, ਸਾਧ ਸੰਗਤ ਜੀ, ਉਤਨੀ ਦੇਰ
ਆ ਜਿਹੜੀਆਂ ਗੱਲਾਂ ਆਪਾਂ ਕਰਦੇ ਆਂ, ਵਿਚਾਰ ਕਰਦੇ ਆਂ, ਉਤਨੀ ਦੇਰ ਤੱਕ ਸਾਡੇ ਹਿਰਦੇ ਵਿੱਚ ਉਹ ਨਹੀਂ ਟਿਕਣਗੀਆਂ। ਕੱਲ ਵੀ ਗੱਲ ਕੀਤੀ ਸੀ ਨਾ ਆਪਾਂ, ਮੱਤ ਵਿੱਚ ਰਤਨ ਜਵਾਹਰ ਮਾਨਕਾਂ ਦੀ, ਉਹ ਜਿਹੜਾ ਸ਼ਰਵਨ ਕਰਨਾ, ਉਹਨੂੰ ਮੰਨਣਾ ਤੇ ਉਹਨੂੰ ਨਿਧਾਸਨ ਕਰਨਾ, ਆਪਣੇ ਹਿਰਦੇ ਤੇ ਟਿਕਾਉਣਾ। ਮੰਨਿਆ ਵੀ ਹੈ, ਸੁਣਿਆ ਵੀ ਹੈ ਤੇ ਉਹਨੂੰ ਟਿਕਾਉਣਾ। ਸਾਧ ਸੰਗਤ ਜੀ, ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਮੈਂ ਕੋਸ਼ਿਸ਼ ਕਰ ਰਿਹਾ ਕਿ 15 ਪੌੜੀਆਂ ਜਿਹੜੀਆਂ ਹਨ ਉਹ ਸੰਕਰਾਂਤ ਤੋਂ ਪਹਿਲਾਂ ਹੋ ਜਾਣ, ਕਿਉਂਕਿ ਫਿਰ ਸੰਕਰਾਂਤ ਦੇ ਦੱਸ ਰਹੇ ਸੀ ਭਾਈ ਸਾਹਿਬ ਸ਼ਾਇਦ ਅਖੰਡ ਪਾਠ ਸਾਹਿਬ ਰੱਖ ਰਹੇ ਆ, ਫਿਰ ਉਹ ਜਿਹੜੇ 3 ਦਿਨ ਹੋਣਗੇ ਉਹ ਆਪਾਂ ਕਥਾ ਨੂੰ ਵਿਸ਼ਰਾਮ ਦਿਆਂਗੇ, ਕਿਉਂਕਿ ਇੱਕ ਹਾਲ ਦੇ ਵਿੱਚ 2 ਕੰਮ ਇਕੱਠੇ ਨਹੀਂ ਹੋ ਸਕਦੇ। ਉੱਥੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਏਗਾ ਤੇ ਉਹ ਫਿਰ ਆਪਾਂ ਕਥਾ ਜਿਹੜੀ ਆ ਉਹਨੇ ਦਿਨਾਂ ਨੂੰ ਆਪਾਂ ਵਿਸ਼ਰਾਮ ਦੇਵਾਂਗੇ। ਸੋ ਕੋਸ਼ਿਸ਼ ਮੇਰੀ ਇਹੋ ਹੀ ਹੈ ਕਿ 11 ਤਰੀਕ ਤੱਕ, ਜੇ ਤੁਸੀਂ 12 ਨੂੰ ਅਖੰਡ ਪਾਠ ਸਾਹਿਬ ਰੱਖ ਰਹੇ ਹੋ ਤੇ 11 ਤੱਕ ਆਪਾਂ 15 ਪੌੜੀਆਂ, 7 ਪੌੜੀਆਂ ਆਪਣੀਆਂ ਹੋ ਚੁੱਕੀਆਂ। ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਨ ਆਪਾਂ 15 ਪੌੜੀਆਂ ਤੱਕ ਪਹੁੰਚ ਜਾਈਏ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ। ਸਾਧ ਸੰਗਤ ਜੀ, ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।